ਆਦ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦ ਕਰ ਅਨੁਰਾਗ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜਾ ਨਾਮ ਦਾਨ ਰਾਖਿਆ ਪਰੋਏ ਨਾਨਕ ਦੀਜਾ ਨਾਮ ਦਾਨ ਰਾਖਿਆ ਪਰੋਏ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਦਰਬਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਅਤੇ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸ਼ਰਵਣ ਕਰ ਰਹੇ ਹਾਂ। ਸੱਚੇ ਸਤਿਗੁਰਾਂ ਨੂੰ ਮਿਲਣ ਵਾਸਤੇ ਬੀਬੜਾ ਜਾਤ ਗੋਤ ਦੇ ਭਾਈ ਵਿਸ਼ਨੂੰ ਜੀ ਆਏ ਨੇ। ਮਾਛੀ ਜਾਤ ਗੋਤ ਦੇ ਭਾਈ ਸੁੰਦਰ ਜੀ ਆਏ ਨੇ। ਆ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਪਾਸ ਬੜੇ ਦੀਨ ਹੋ ਕਰਕੇ ਗਰੀਬ ਹੋ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਕਹਿਓ ਕਿ ਹਮਰੋ ਕਰੋ ਉਦਾਰ ਜਹ ਕਹਿ ਤੁਮਰੋ ਸੋ ਜਸ ਉਦਾਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ
ਚਾਰੇ ਦਿਸ਼ਾਵਾਂ ਵੱਲ ਜਿੱਧਰ ਨੂੰ ਮਰਜੀ ਚਲੇ ਜਾਈਏ, ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ। ਔਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀਆਂ ਦੀ ਵਡਿਆਈ ਹੋ ਰਹੀ ਹੈ, ਮਹਿਮਾ ਹੋ ਰਹੀ ਹੈ। ਆਪ ਜੀ ਕਿਰਪਾ ਕਰਕੇ ਸਾਡੇ ਤੇ ਵੀ ਦਇਆ ਕਰੋ, ਤਰਸ ਕਰੋ। ਸਾਨੂੰ ਵੀ ਆਪਣੇ ਚਰਨਾਂ ਵਿੱਚ ਸ਼ਰਨ ਬਖਸ਼ੋ ਮਹਾਰਾਜ। ਸਾਡਾ ਵੀ ਉਧਾਰ ਹੋ ਜਾਵੇ, ਸਾਡਾ ਵੀ ਜੀਵਨ ਸਫਲਾ ਹੋ ਜਾਵੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਵਿੱਤਰ ਮੁਖ ਤੋਂ ਬੋਲੇ, ਸੇਵਾ ਕਰਹੁ ਹੋਏ ਮਨ ਦੀਨ। ਮਹਾਰਾਜ ਕਹਿੰਦੇ, ਭਾਈ ਬੜੀ ਨਿਮਰਤਾ ਦੇ ਵਿੱਚ ਨਿਮਾਣੇ ਨਿਤਾਣੇ ਹੋ ਕਰਕੇ ਗੁਰੂ ਘਰ ਦੀ ਸੇਵਾ ਕਮਾਵੋ, ਗੁਰੂ ਘਰ ਦੀ ਸੇਵਾ ਕਰੋ, ਫਿਰ ਆਪ ਜੀਆਂ ਦਾ ਲੋਕ ਪ੍ਰਲੋਕ ਸਵਰੇਗਾ। ਐਸੇ ਬਚਨਾਂ ਨੂੰ ਸੁਣ ਕਰਕੇ ਜੋ ਭਾਈ ਸੁੰਦਰ ਜੀ ਹਨ, ਬਨਤੇ ਕਾਸ਼ਟ ਆਨੈ। ਸੰਗਤ ਜੀ, ਭਾਈ ਸੁੰਦਰ ਜੀ ਤਾਂ ਜੰਗਲਾਂ ਵਿੱਚ ਜਾਂਦੇ ਨੇ, ਲੱਕੜਾਂ ਵੱਢ ਲਿਆਉਂਦੇ, ਸੁੱਕਾ ਬਾਲਣ ਚੁਗ ਲਿਆਉਂਦੇ, ਲਿਆ ਕਰਕੇ ਸਾਰਾ ਹੀ ਗੁਰੂ ਕੇ ਲੰਗਰਾਂ ਵਾਸਤੇ ਜਿੱਥੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ ਉੱਥੇ ਲਿਆ ਸੁੱਟਦੇ। ਦੂਸਰੇ ਭਾਈ ਵਿਸ਼ਨੂੰ ਜੀ ਪਿਛਲੀ ਨਿਸਮਹ ਜਾਗੈ, ਪਹਿਰ ਰਾਤ ਰਹਿੰਦੇ ਉੱਠ ਖੜਦੇ ਨੇ, ਜਲ ਲਿਆਵੈ ਪਰ ਦੇਗ ਸਥਾਨ। ਤੇ ਇੱਦਾਂ ਜਲ ਨੂੰ ਭਰ ਭਰ ਕੇ ਸੰਗਤ ਜੀ ਪਾਣੀ ਦੀਆਂ ਜੋ ਗਾਗਰਾਂ ਹਨ, ਪਾਣੀ ਦੇ ਜੋ ਘੜੇ ਹਨ, ਗੁਰੂ ਕੇ ਲੰਗਰਾਂ ਵਾਸਤੇ ਲੈ ਕੇ ਆਉਂਦੇ ਨੇ। ਇੱਦਾਂ ਹੀ ਸੰਗਤ ਜੀ ਫਿਰ ਅੰਮ੍ਰਿਤ ਵੇਲੇ ਗੁਰਸਿੱਖਾਂ ਦੇ ਇਸ਼ਨਾਨ ਲਈ ਪਾਣੀ ਗਰਮ ਕਰਦੇ, ਬੜੀ ਹੀ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸੇਵਾ ਕਰਦੇ। ਸਰੀਰ ਕਰਕੇ ਬਾਲਣ ਲੈ ਕੇ ਆਉਂਦੇ, ਪਾਣੀ ਢੋਂਦੇ, ਮਨ ਕਰਕੇ ਸੰਗਤ ਜੀ ਸ਼ਰਧਾ ਭਾਵਨਾ ਰੱਖਦੇ ਤੇ ਬਾਣੀ ਕਰਕੇ ਅੱਠੇ ਪਹਿਰ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ਪ੍ਰਾਪਤ ਅੰਤ ਸਮੇਂ ਕਲਿਆਣ, ਜਨਮ ਮਰਨ ਕੇ ਬੰਧਨ ਹਾਨ। ਇੱਦਾਂ ਹੀ ਜਦੋਂ ਸੇਵਾ ਸਿਮਰਨ ਦੇ ਵਿੱਚ ਸੰਗਤ ਜੀ ਆਪਣਾ ਸਮਾਂ ਬਤੀਤ ਕੀਤਾ, ਅੰਤਲਾ ਸਮਾਂ ਆਇਆ ਔਰ ਸੰਗਤ ਜੀ ਮੁਕਤੀ ਪ੍ਰਾਪਤ ਹੋਈ। ਜੋ ਜਨਮਾਂ ਮਰਨਾਂ ਦੇ ਬੰਧਨ ਸਨ ਉਹ ਟੁੱਟ ਗਏ। ਅੱਗੇ ਹੋਰ ਭਾਈ ਜੱਟੂ ਜੀ, ਭਾਈ ਭਾਨੂ ਜੀ, ਤੀਸਰੇ ਭਾਈ ਨਿਹਾਲੂ ਜੀ, ਇਹਨਾਂ ਨੇ ਆ ਕਰਕੇ ਮਹਾਰਾਜ ਜੀਆਂ ਦੇ ਚਰਨ ਪਰਸੇ ਕਿ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀਆਂ ਨੇ ਜੋ ਗੁਰਬਾਣੀ ਉਚਾਰੀ ਹੈ, ਕਰੇ ਕਰਾਵੇ ਆਪੇ ਆਪ, ਮਾਨੁਖ ਕੇ ਕਿਛ ਨਾਹੀ ਹਾਥ। ਜੇਕਰ ਸਾਰਾ ਕੁਝ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਰਨਹਾਰ ਹੈ ਤੇ ਫਿਰ ਬੰਦੇ ਨੂੰ ਪਾਪ ਪੁੰਨ ਕਾਹਦਾ ਮਿਲਦਾ ਹੈ, ਕਿਉਂਕਿ ਸਾਰਾ ਕੁਝ ਤੇ ਉਹ ਪਰਮੇਸ਼ਰ ਕਰਨ ਵਾਲਾ ਹੈ। ਇੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਮਝਾਇਆ, ਭਾਈ ਇਹ ਜੋ ਗੁਰਬਾਣੀ ਹੈ ਨਾ, ਜੋ ਗੁਰਬਾਣੀ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਉਹਨਾਂ ਦੇ ਉੱਪਰ ਹੀ ਇਹ ਜੋ ਪੰਕਤੀਆਂ ਹਨ ਢੁਕਦੀਆਂ ਨੇ। ਮਹਾਰਾਜ ਕਹਿੰਦੇ ਇਹ ਪੰਕਤੀਆਂ ਦਾ ਇਹ ਅਰਥ ਨਹੀਂ ਕਿ ਇਹ ਸੋਚ ਲਵੇ ਕਿ ਜੋ ਕੁਛ ਕਰਵਾਉਂਦਾ ਪਰਮੇਸ਼ਰ ਕਰਵਾਉਂਦਾ ਤੇ ਵਿਸ਼ੇ ਵਕਾਰ ਭੋਗੀ ਜਾਵੇ, ਇੱਦਾਂ ਚੋਰੀਆਂ ਯਾਰੀਆਂ ਝੂਠ ਦਾ ਸਹਾਰਾ ਲਈ ਜਾਵੇ। ਮਹਾਰਾਜ ਕਹਿੰਦੇ ਇਹ ਤਾਂ ਭਾਈ ਸਾਡੇ ਉਹਨਾਂ ਗੁਰਸਿੱਖਾਂ ਵਾਸਤੇ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕਰਕੇ ਸਤ ਸੰਗਤ ਕਰਦੇ, ਸੇਵਾ ਸਿਮਰਨ ਕਰਦੇ ਨੇ ਔਰ ਉਹ ਨਿਰਹੰਕਾਰੀ ਰਹਿਣ। ਇਸ ਲਈ ਅਸੀਂ ਉਹਨਾਂ ਵਾਸਤੇ ਇਹ ਪੰਕਤੀਆਂ ਉਚਾਰੀਆਂ ਨੇ ਕਿ ਜਿੰਨੀ ਵੀ ਸੇਵਾ ਹੈ, ਸਿਮਰਨ ਹੈ, ਸਤ ਸੰਗਤ ਹੈ, ਇਹ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ। ਇਹ ਮਹਾਰਾਜ ਸਾਡੇ ਹੱਥ ਵਿੱਚ ਭਲਾ ਕੀ ਹੈ। ਮਹਾਰਾਜ ਜੀ ਐਸਾ ਉਪਦੇਸ਼ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ, ਹੋਰ ਗੁਰਸਿੱਖ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਨੇ। ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਪਰਾ ਨਾਉ ਭੋਲੂ ਜਾਤ ਕੇ, ਸੇਖੜ ਸਾਧ ਸੁਜਾਨ। ਜੱਟੂ ਭੀਵਾ ਜਾਤ ਕਾ, ਮੂਲਾ ਪੁਰਖ ਮਹਾਨ। ਨਾਉ ਭੋਲੂ ਜਾਤ ਕੇ, ਸੇਖੜ ਸਾਧ ਸੁਜਾਨ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਭਾਈ ਨਾਊ ਜੀ ਆਏ, ਭਾਈ ਭੋਲੂ ਜੀ ਆਏ, ਜਿਹੜੇ ਸੇਖੜ ਜਾਤ ਗੋਤ ਦੇ ਨਾਲ ਸੰਬੰਧ ਰੱਖਦੇ ਬੜੇ ਹੀ ਸਿਆਣੇ ਪੁਰਸ਼ ਹਨ। ਜੱਟੂ ਭੀਵਾ ਜਾਤ ਕਾ, ਮੂਲਾ ਪੁਰਖ ਮਹਾਨ। ਫਿਰ ਸੰਗਤ ਜੀ ਭਾਈ ਜੱਟੂ ਜੀ ਆਏ ਨੇ, ਭਾਈ ਭੀਵਾ ਜੀ ਆਏ ਨੇ। ਭਾਈ ਜੱਟੂ ਜੀ ਭੀਵਾ ਗੋਤ ਦੇ ਨੇ, ਭਾਈ ਮੂਲਾ ਜੀ ਇਹ ਵੀ ਬੜੇ ਸਿਆਣੇ ਮਹਾਨ ਵੱਡੇ ਪੁਰਸ਼ ਹਨ। ਚੌਪਈ ਚਾਰ ਹੋ ਮਿਲ ਸ੍ਰੀ ਅਰਜਨ ਦੁਆਰੇ। ਇਹ ਭਾਈ ਨਾਊ ਜੀ, ਭਾਈ ਭੋਲੂ ਜੀ, ਭਾਈ ਜੱਟੂ ਜੀ, ਭਾਈ ਮੂਲਾ ਜੀ ਇਹ ਚਾਰੇ ਗੁਰਸਿੱਖ ਮਿਲ ਕਰਕੇ ਇਕੱਠੇ ਹੋ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਹਨ। ਆਏ ਨਮੋ ਕੀਨੀ ਹਿਤ ਧਾਰੇ। ਔਰ ਸੰਗਤ ਜੀ ਬੜੇ ਆਦਰ ਸਤਿਕਾਰ ਦੇ ਨਾਲ ਆ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਨਮਸਕਾਰ ਕਰਦੇ ਨੇ। ਗੁਰੂ ਗਰੀਬ ਨਿਵਾਜ ਕੇ ਪਾਸ। ਦੋਨੋਂ ਹੱਥ ਜੋੜ ਕਰਕੇ ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਕਰ ਜੂਰਤ ਭਾਖੀ ਅਰਦਾਸ। ਦੋਨੋਂ ਹੱਥ ਜੋੜ ਕਰਕੇ ਆਪਣੇ ਮੁਖ ਤੋਂ ਸੰਗਤ ਜੀ ਬੜੀ ਸੁੰਦਰ ਬੇਨਤੀ ਕਰਦੇ ਨੇ। ਬਾਨੀ ਤੁਮਰੀ ਅਨਕ ਪ੍ਰਕਾਰ। ਕਹਿਣ ਲੱਗੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜੋ ਗੁਰਬਾਣੀ ਤੁਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਲਿਖਵਾਈ ਹੈ ਭਾਈ ਗੁਰਦਾਸ ਨੂੰ ਲਖਾਰੀ ਲਾ ਕਰਕੇ, ਉਹ ਗੁਰਬਾਣੀ ਮਹਾਰਾਜ ਅਨਕ ਪ੍ਰਕਾਰ ਵੱਖੋ ਵੱਖਰਿਆਂ ਤਰੀਕਿਆਂ ਨਾਲ ਉਚਾਰੀ ਹੈ। ਉਚਰਹੁ ਜੁਦੋ ਜੁਦੋ ਅਧਿਕਾਰ। ਮਹਾਰਾਜ ਜੈਸਾ ਕੋਈ ਆਪ ਜੀਆਂ ਨੂੰ ਮਿਲ ਗਿਆ, ਉਹੋ ਜਿਹਾ ਆਪ ਜੀਆਂ ਨੇ ਉਪਦੇਸ਼ ਬਖਸ਼ਿਆ ਹੈ। ਵੱਖਰੋ ਵੱਖਰੇ ਅਧਿਕਾਰੀ ਹਨ ਇਸ ਗੁਰਬਾਣੀ ਦੇ। ਕੁਝ ਪੰਕਤੀਆਂ ਸੇਵਾ ਕਰਨ ਵਾਲਿਆਂ ਤੇ, ਕੁਝ ਗੁਰਬਾਣੀ ਸਿਮਰਨ ਕਰਨ ਵਾਲਿਆਂ ਤੇ, ਕੁਝ ਗੁਰਬਾਣੀ ਵਿਦਿਆ ਪੜ੍ਹਨ ਵਾਲਿਆਂ ਤੇ, ਕੁਝ ਗੁਰਬਾਣੀ ਮਹਾਰਾਜ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕਰਕੇ ਪਖੰਡ ਕਰਦੇ ਵਿਸ਼ੇ ਵਿਕਾਰ ਭੋਗਦੇ ਨੇ, ਸਾਰਿਆਂ ਦੇ ਉੱਪਰ ਹੀ ਲਾਗੂ ਹੁੰਦੀ ਹੈ, ਢੁਕਦੀ ਹੈ। ਜਸ ਅਧਿਕਾਰ ਆਪਨੋ ਜਾਣੇ। ਮਹਾਰਾਜ ਜੈਸਾ ਕੋਈ ਅਧਿਕਾਰੀ ਹੁੰਦਾ ਹੈ, ਕਤਿਉ ਸ਼ਬਦ ਕੋ ਆਸ਼ੈ ਮਾਨੇ। ਮਹਾਰਾਜ ਉਸੇ ਪ੍ਰਕਾਰ ਹੀ ਆਪ ਜੀਆਂ ਨੇ ਉਪਦੇਸ਼ ਬਖਸ਼ਿਆ ਹੈ ਜੀ। ਹਮ ਤੋ ਆਪਣੋ ਜਿਮ ਅਧਿਕਾਰ। ਮਹਾਰਾਜ ਅਸੀਂ ਤੇ ਬੜੀ ਤੁਛ ਬੁੱਧੀ ਦੇ ਮਾਲਕ ਹਾਂ, ਬੜਾ ਥੋੜਾ ਗਿਆਨ ਹੈ। ਹਮ ਤੋਂ ਆਪਣਾ ਜਿਮ ਅਧਿਕਾਰ, ਅਸੀਂ ਤੇ ਆਪਣੇ ਆਪ ਨੂੰ ਪਹਿਚਾਣਦੇ ਨਹੀਂ ਕਿ ਆਪਣੇ ਜੀਵਨ ਅੰਦਰ ਅਸੀਂ ਕੱਲੀ ਸੇਵਾ ਕਰੀਏ, ਕੱਲਾ ਸਿਮਰਨ ਕਰੀਏ ਜਾਂ ਮਹਾਰਾਜ ਵਿਦਿਆ ਪੜ੍ਹ ਕਰਕੇ ਗੁਰਬਾਣੀ ਵਿਚਾਰੀਏ ਜੀ। ਨਹੀਂ ਪਛਾਣ ਸਕਤੇ ਨਿਰਧਾਰ। ਮਹਾਰਾਜ ਅਸੀਂ ਆਪ ਪਹਿਚਾਣ ਨਹੀਂ ਸਕਦੇ ਕਿ ਅਸੀਂ ਕਿਸ ਲਾਈਨ ਦੇ ਲੋਕ ਹਾਂ, ਸਾਡੀ ਕੈਸੀ ਮਹਾਰਾਜ ਦਿਸ਼ਾ ਹੈ, ਮਨਸਾ ਹੈ। ਕਰਮ ਕਰਨ ਕੇ ਹੈ ਅਧਿਕਾਰੀ। ਮਹਾਰਾਜ ਕੀ ਅਸੀਂ ਕੇਵਲ ਸੇਵਾ ਕਰਨ ਦੇ ਹੀ ਅਧਿਕਾਰੀ ਹਾਂ ਕਿ ਗੁਰੂ ਨਾਨਕ ਦੇ ਦਰ ਘਰ ਵਿੱਚ ਕੱਲੀ ਗੁਰੂ ਕੇ ਲੰਗਰਾਂ ਵਿੱਚ, ਗੁਰੂ ਕੀਆਂ ਸੰਗਤਾਂ ਵਿੱਚ ਸੇਵਾ ਹੀ ਕਰਨੀ ਹੈ। ਕੈ ਉਪਾਸਨਾ ਕਰਹਿ ਵਿਚਾਰੀ। ਜਾਂ ਮਹਾਰਾਜ ਅਸੀਂ ਕੱਲੀ ਉਪਾਸਨਾ ਭਾਵ ਭਗਤੀ ਹੀ ਕਰੀਏ ਜੀ। ਗਿਆਨ ਕਾਂਡ ਕੇ ਕੈ ਅਧਿਕਾਰ। ਜਾਂ ਮਹਾਰਾਜ ਗਿਆਨ ਨੂੰ ਵਿਚਾਰੀਏ, ਏਦਾਂ ਪੜ੍ਹੀਏ ਮਹਾਰਾਜ ਪਵਿੱਤਰ ਗ੍ਰੰਥਾਂ ਨੂੰ, ਬਹੁਤਾ ਗਿਆਨ
ਬਾਣ ਹੋ ਕਰਕੇ ਗਿਆਨੀ ਸਿੱਖ ਹੋ ਜਾਈਏ ਜੀ। ਸਤਿਗੁਰ ਹਮ ਸੋ ਕਰਹੁ ਉਚਾਰ। ਮਹਾਰਾਜ ਜਿਸ ਦੇ ਵਿੱਚ ਸਾਡਾ ਭਲਾ ਹੋਵੇ, ਜਿਸ ਦੇ ਅਸੀਂ ਅਧਿਕਾਰੀ ਹਾਂ, ਉਹ ਸਾਨੂੰ ਦੱਸ ਦੇਵੋ। ਅਸੀਂ ਕੱਲੀ ਸੇਵਾ ਕਰੀਏ ਜਾਂ ਸਿਮਰਨ ਕਰੀਏ ਜਾਂ ਗਿਆਨ ਵਿਚਾਰੀਏ, ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਜੀ। ਸ੍ਰੀ ਅਰਜਨ ਸੁਨ ਬਾਕ ਬਖਾਨੇ। ਜਦੋਂ ਇਹਨਾਂ ਚੌਂ ਗੁਰਸਿੱਖਾਂ ਨੇ ਆ ਕਰਕੇ ਐਸੀ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਦੀ ਗੁਰਬਾਣੀ ਦੇ ਗੁਰਸਿੱਖ ਅਧਿਕਾਰੀ ਨੇ, ਮਹਾਰਾਜ ਸਾਨੂੰ ਤੇ ਆਪਣੀ ਪਹਿਚਾਣ ਨਹੀਂ ਕਿ ਸਾਡਾ ਭਲਾ ਸੇਵਾ ਕਰਕੇ ਹੋਵੇਗਾ, ਸਿਮਰਨ ਕਰਕੇ ਹੋਵੇਗਾ, ਜਾਂ ਮਹਾਰਾਜ ਗਿਆਨ ਨੂੰ ਪ੍ਰਾਪਤ ਕਰਕੇ ਸਾਡਾ ਭਲਾ ਹੋਵੇਗਾ। ਅਸੀਂ ਤੇ ਆਪਣੇ ਆਪ ਤੋਂ ਅਣਜਾਣ ਹਾਂ, ਆਪ ਜੀ ਕਿਰਪਾ ਕਰਕੇ ਦੱਸੋ। ਫਿਰ ਸ੍ਰੀ ਅਰਜਨ ਸੁਨ ਬਾਕ ਬਖਾਨੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਗੁਰਸਿੱਖਾਂ ਦੀ ਬੇਨਤੀ ਸੁਣ ਕਰਕੇ ਬੋਲੇ ਨੇ, ਆਪਨ ਪਰਖਨਾ ਇਸ ਬਿਦ ਠਾਨੇ। ਮਹਾਰਾਜ ਕਹਿੰਦੇ ਭਾਈ, ਜੇਕਰ ਆਪਣੇ ਆਪ ਦੀ ਪਰਖ ਕਰਨੀ ਹੋਵੇ ਨਾ ਕਿ ਅਸੀਂ ਕਿਸ ਚੀਜ਼ ਦੇ ਯੋਗ ਹਾਂ ਜਾਂ ਸਾਡੇ ਵਿੱਚ ਕੀ ਕਮੀਆਂ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ, ਮਹਾਰਾਜ ਕਹਿੰਦੇ ਆਪਣਾ ਆਪ ਪਰਖਣ ਵਾਸਤੇ ਗੁਰਬਚਨ ਸੁਨ ਜਬ ਉਰ ਮਹਿ ਧਰੇ। ਮਹਾਰਾਜ ਕਹਿੰਦੇ ਭਾਈ, ਜਦੋਂ ਗੁਰੂ ਕੇ ਬਚਨ ਬੈਠ ਕੇ ਸੁਣੋਗੇ, ਗੁਰੂ ਕੇ ਬਚਨ ਸੁਣ ਕੇ ਹਿਰਦੇ ਵਿੱਚ ਸ਼ਾਂਤੀ ਆਵੇਗੀ। ਕਰਮ ਸ਼ੁਭਾ ਸ਼ੁਭ ਨਿਰਣੈ ਕਰੇ। ਤੇ ਮਨ ਦੇ ਵਿੱਚ ਇਹ ਖਿਆਲ ਆਵੇਗਾ ਕਿ ਮਨਾ ਵਿਸ਼ੇ ਵਿਕਾਰ ਭੋਗਦਿਆਂ ਨੂੰ, ਹੋਰ ਕਾਰਜ ਕਰਦਿਆਂ ਨੂੰ ਸਾਰੀ ਉਮਰ ਲੰਘ ਚੱਲੀ ਹੈ। ਕਰਮ ਸ਼ੁਭਾ ਸ਼ੁਭ ਨਿਰਣੈ ਕਰੈ। ਜਦੋਂ ਮਨ ਦੇ ਵਿੱਚ ਇਹ ਖਿਆਲ ਆਵੇ ਕਿ ਹੁਣ ਗੁਰੂ ਕੇ ਚਰਨੀ ਲੱਗ ਜਾਣਾ ਹੈ, ਅੰਮ੍ਰਿਤ ਕੀ ਦਾਤ ਪ੍ਰਾਪਤ ਕਰ ਲੈਣੀ ਹੈ, ਸਤ ਸੰਗਤ ਕਰਿਆ ਕਰਨੀ ਹੈ, ਸੇਵਾ ਸਿਮਰਨ ਕਰਿਆ ਕਰਨਾ ਹੈ, ਮਹਾਰਾਜ ਕਹਿੰਦੇ ਜਦੋਂ ਫਿਰ ਐਸੇ ਕਰਮਾਂ ਨੂੰ ਵਿਚਾਰਨ ਲੱਗ ਜਾਵੇ, ਜਾਪਨ ਲੱਗਿਓ ਕਰਮ ਸ਼ੁਭ ਕਰਨ। ਤੇ ਮਨ ਚੰਗੇ ਕਰਮਾਂ ਨੂੰ ਕਰਨ ਵਿੱਚ ਲੱਗੇ, ਸੇਵਾ ਸਿਮਰਨ ਵਿੱਚ ਮਨ ਲੱਗਣ ਲੱਗੇ, ਗੁਰਬਾਣੀ ਪੜ੍ਹਨ ਵਿੱਚ ਮਨ ਲੱਗੇ, ਸਤ ਸੰਗਤ ਦੇ ਵਿੱਚ ਬੈਠ ਕੇ ਬੜਾ ਜੀ ਲੱਗੇ ਜੀ। ਤਉ ਜੇ ਬੁਰੇ ਕਰਮ ਕੋ ਵੈਸ਼ਨ। ਮਹਾਰਾਜ ਕਹਿੰਦੇ ਜੇਕਰ ਫੇਰ ਵੀ ਜਿਹੜੇ ਬੁਰੇ ਕਰਮਾਂ ਦਾ ਸੁਭਾਵ ਹੈ, ਮਿਟਤ ਨਹੀਂ ਮਨ ਤੇ ਨਿਤ ਚਾਹੈ। ਮਹਾਰਾਜ ਕਹਿੰਦੇ ਫੇਰ ਵੀ ਮਿਟਦਾ ਨਹੀਂ। ਮਨ ਦੇ ਵਿੱਚ ਇਹ ਖਿਆਲ ਤਾਂ ਆਉਂਦੇ ਨੇ ਕਿ ਸੇਵਾ ਸਿਮਰਨ ਕਰਿਆ ਕਰੀਏ, ਸਤ ਸੰਗਤ ਕਰਿਆ ਕਰੀਏ, ਗੁਰੂ ਘਰ ਜਾਇਆ ਕਰੀਏ, ਮਹਾਰਾਜ ਕਹਿੰਦੇ ਇਹ ਖਿਆਲ ਤਾਂ ਆਉਂਦੇ ਨੇ ਪਰ ਮਿਟਤ ਨਹੀਂ ਮਨ ਤੇ ਨਿਤ ਚਾਹੈ। ਪਰ ਜਿਹੜੇ ਬੁਰੇ ਕਰਮ ਹਨ, ਮਹਾਰਾਜ ਕਹਿੰਦੇ ਵਿਸ਼ੇ ਵਿਕਾਰ ਭੋਗਣੇ, ਦਾਰੂ ਪਿਆਲਾ ਪੀਣਾ, ਪਰ ਇਹ ਮਿਟਦੇ ਨਹੀਂ ਮਨ ਤੋਂ। ਖਿਆਲ ਤਾਂ ਆਉਂਦਾ ਹੈ ਕਿ ਇਹ ਮਾੜਾ ਹੈ, ਨਹੀਂ ਕਰਨਾ ਚਾਹੀਦਾ, ਪਰ ਇਹ ਕਰਮ ਜਿਹੜੇ ਮਿਟਦੇ ਨਾ ਹੋਵਣ। ਤੋ ਅਧਿਕਾਰ ਕਰਮ ਕੋ ਤਾਹੈ। ਮਹਾਰਾਜ ਕਹਿੰਦੇ ਭਾਈ ਫੇਰ ਤੇ ਹੱਥੀਂ ਸੇਵਾ ਕਰਨੀ ਚਾਹੀਦੀ ਹੈ, ਤਾਂ ਅਧਿਕਾਰ ਕਰਮ ਤੋਂ ਜਾਤਾ ਹੈ। ਵੀ ਮਨ ਦੇ ਵਿੱਚ ਖਿਆਲ ਤਾਂ ਆਉਣ ਪਰ ਮਨ ਮੰਨੇ ਨਾ। ਮਹਾਰਾਜ ਕਹਿੰਦੇ ਫਿਰ ਭਾਈ ਹੱਥੀਂ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਸੇਵਾ ਕਰਤ ਹੋਏ ਨਹਿ ਕਾਮ। ਸੇਵਾ ਕਰਦਿਆਂ ਕਰਦਿਆਂ ਹੀ ਮਨੁੱਖ ਕਾਮਨਾ ਤੋਂ ਰਹਿਤ ਹੋ ਜਾਂਦਾ ਹੈ। ਇਸ ਲਈ ਫਿਰ ਹੱਥੀਂ ਸੇਵਾ ਕਮਾਵੋ ਜੀ। ਗੁਰ ਸਿੱਖਨ ਕੀ ਸੇਵਾ ਲਾਗੇ। ਗੁਰੂ ਕੇ ਸਿੱਖਾਂ ਦੀ ਮਨ ਕਰਕੇ, ਤਨ ਕਰਕੇ, ਧਨ ਕਰਕੇ ਜਿੰਨੀ ਹੋ ਸਕੇ ਓਨੀ ਸੇਵਾ ਕਰ ਦੇਵੋ। ਗੁਰਬਾਣੀ ਸੁਨਬੇ ਅਨੁਰਾਗੇ। ਤੇ ਗੁਰਬਾਣੀ ਸੁਣਨ ਦੇ ਵਿੱਚ ਧਿਆਨ ਲਾਓ, ਸਤ ਸੰਗਤ ਕਰੋ, ਗੁਰਬਾਣੀ ਬੈਠ ਕੇ ਪੜ੍ਹੋ, ਸੁਣੋ ਜੀ। ਸਨੇ ਸਨੇ ਮਨ ਖੋਟ ਨਿਵਾਰੇ। ਮਹਾਰਾਜ ਕਹਿੰਦੇ ਭਾਈ ਜਿਵੇਂ ਕਿਸੇ ਕਾਲੇ ਭਾਂਡੇ ਨੂੰ ਮਾਂਜੀਏ ਤੇ ਮਾਂਜਦਿਆਂ ਉਹਦੀ ਕਾਲਖ ਦੂਰ ਹੋ ਜਾਂਦੀ ਹੈ ਨਾ, ਮਹਾਰਾਜ ਕਹਿੰਦੇ ਠੀਕ ਇਸੇ ਤਰ੍ਹਾਂ ਭਾਈ ਹੌਲੀ ਹੌਲੀ ਸਣੇ ਸਣੇ ਮਨ ਖੋਟ ਨਿਵਾਰੇ। ਹੌਲੀ ਹੌਲੀ ਮਨ ਦੇ ਵਿੱਚ ਜੋ ਔਗਣ ਭਰੇ ਹੋਏ ਨੇ, ਇਹ ਖੋਟਾਪਣ ਦੂਰ ਹੋ ਜਾਂਦਾ ਹੈ। ਜਿਵੇਂ ਘਰ ਦੇ ਵਿੱਚ ਕੂੜੇ ਦਾ ਖਲਾਰਾ ਪਿਆ ਹੋਵੇ,
ਹਨੇਰੀ ਆਈ ਹੋਵੇ ਤੇ ਹਨੇਰੀ ਤੋਂ ਬਾਅਦ ਕਿੰਨੀ ਗੰਦਗੀ ਕਿੰਨਾ ਖਲਾਰਾ ਪੈ ਜਾਂਦਾ ਹੈ। ਫਿਰ ਜਦੋਂ ਝਾੜੂ ਚੱਕ ਕੇ ਵਿਹੜੇ ਵਿੱਚ ਫੇਰੀਦਾ ਏ ਸੰਗਤ ਜੀ, ਹੌਲੀ 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 ਉਹ ਸਾਰਾ ਜਿਹੜਾ ਕੂੜਾ ਇੱਕ ਥਾਂ ਤੇ ਇਕੱਠਾ ਕਰਕੇ ਉਸ ਨੂੰ ਪਰੇ ਸੁੱਟ ਦੇਈਦਾ ਹੈ। ਏਦਾਂ ਹੀ ਵਿਸ਼ੇ ਵਿਕਾਰਾਂ ਦੀ ਹਨੇਰੀ ਵਗ ਰਹੀ ਹੈ ਸੰਗਤ ਜੀ। ਵਿਸ਼ੇ ਵਿਕਾਰਾਂ ਰੂਪੀ ਮਨ ਰੂਪੀ ਘਰ ਦੇ ਵਿੱਚ ਜਿਹੜਾ ਬੜਾ ਖਲਾਰਾ ਪਿਆ ਹੈ। ਜਦੋਂ ਫਿਰ ਸੰਗਤ ਜੀ ਸੇਵਾ ਰੂਪੀ ਸਿਮਰਨ ਰੂਪੀ ਨਿਤਨੇਮ ਰੂਪੀ ਝਾੜੂ ਫੇਰਾਂਗੇ ਨਾ, ਫਿਰ ਹੌਲੀ 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 ਇਸ ਮਨ ਦੀ ਸਫਾਈ ਹੋ ਜਾਵੇ। ਏਦਾਂ ਮਹਾਰਾਜ ਕਹਿੰਦੇ ਭਾਈ ਹੱਥੀਂ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਮਾਵੋ, ਫਿਰ ਸਣੇ ਸਣੇ ਮਨ ਖੋਟ ਨਿਵਾਰ। ਹੌਲੀ ਹੌਲੀ ਜਿਹੜਾ ਮਨ ਦਾ ਖੋਟਾਪਣ ਹੈ, ਭੈੜੀਆਂ ਆਦਤਾਂ ਹਨ, ਇਹ ਦੂਰ ਹੋਵਣਗੀਆਂ। ਅਬਲਾਖਤ ਪ੍ਰਭ ਦੇਸ ਚਿਤ ਧਾਰੈ। ਫਿਰ ਇਸ ਪ੍ਰਕਾਰ ਅਬਿਲਾਖਤ ਪ੍ਰਭ ਦੇਸ ਚਿਤ ਧਾਰੈ। ਮਹਾਰਾਜ ਕਲਗੀਧਰ ਮਹਾਰਾਜ ਗੁਰੂ ਨਾਨਕ ਦੇਵ ਜੀ ਸਤਿਗੁਰੂ ਫਿਰ ਜਾਣ ਲੈਂਦੇ ਕਿ ਸਾਡਾ ਗੁਰਸਿੱਖ ਹੁਣ ਅਬਿਲਾਖਤ ਪ੍ਰਭ ਦੇਸ ਚਿਤ ਧਾਰੈ। ਫਿਰ ਪ੍ਰਭ ਦੇ ਵੱਲ ਨੂੰ ਤੁਰਦਾ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਸਤ ਸੰਗਤ ਕਰਨ ਦੀ, ਸੇਵਾ ਕਰਨ ਦੀ, ਸਿਮਰਨ ਕਰਨ ਦੀ ਐਸੀ ਲਾਲਸਾ ਲੱਗਦੀ ਹੈ ਜੀ। ਗੁਰਬਾਕ ਸੁਨਹਿ ਨਿਜ ਕਾਨ। ਮਹਾਰਾਜ ਕਹਿੰਦੇ ਭਾਈ ਜੇਕਰ ਫਿਰ ਗੁਰੂ ਕੇ ਬਚਨ ਸਤ ਸੰਗਤ ਦੇ ਵਿੱਚ ਬੈਠ ਕੇ ਸੁਣੀਏ, ਗੁਰਬਾਣੀ ਕੰਨਾਂ ਰਾਹੀਂ ਸੁਣੀਏ ਜੀ। ਕਰਮ ਅਸ਼ੁਭ ਕੀ ਹੋਇ ਤਬਖਾਨ। ਫਿਰ ਵੀ ਮਹਾਰਾਜ ਕਹਿੰਦੇ ਜਿਹੜੇ ਭੈੜੇ ਕਰਮ ਹਨ ਨਾ, ਉਹ ਕੱਟੇ ਜਾਂਦੇ ਨੇ। ਮਾੜੀਆਂ ਆਦਤਾਂ ਭੈੜੇ ਕਰਮ ਹਨ ਜੋ ਉਹ ਹਾਨ ਭਾਵ ਨਾਸ਼ ਹੋ ਜਾਂਦੇ ਹਨ। ਕੋਈ ਕਦਾਚਿਤ ਜੀਵਨ ਆਵੇ। ਪਰ ਫਿਰ ਵੀ ਕਦੇ ਕਦੇ ਕੋਈ ਮਾੜਾ ਕਰਮ ਹੋ ਜਾਵੇ ਜੀ। ਤਉ ਨ ਆਛੋ ਮਨ ਮਹਿ ਭਾਵੇ। ਮਹਾਰਾਜ ਕਹਿੰਦੇ ਉਹ ਮਨ ਨੂੰ ਚੰਗਾ ਨਹੀਂ ਲੱਗਦਾ ਪਿਆ। ਜਦੋਂ ਚੰਗੇ ਰਸਤੇ ਤੁਰ ਪਈਏ, ਧਰਮ ਦੇ ਰਸਤੇ ਤੇ ਤੁਰ ਪਈਏ ਨਾ, ਕੋਈ ਜਾਣੇ ਅਣਜਾਣੇ ਵਿੱਚ ਮਾੜਾ ਕਰਮ ਹੋ ਜਾਵੇ ਤੇ ਮਨ ਉਸ ਨੂੰ ਕਬੂਲ ਨਹੀਂ ਕਰਦਾ, ਮਨ ਨੂੰ ਉਹ ਚੰਗਾ ਨਹੀਂ ਲੱਗਦਾ ਜੀ। ਲਖੇ ਉਪਾਸਨ ਕੋ ਅਧਿਕਾਰੀ। ਮਹਾਰਾਜ ਕਹਿੰਦੇ ਜੇਕਰ ਏਦਾਂ ਹੀ ਸੇਵਾ ਸਿਮਰਨ ਕਰਦੇ ਆ, ਸਤ ਸੰਗਤ ਕਰਦੇ ਆ, ਕਦੇ ਕਦੇ ਕੋਈ ਮਾੜਾ ਕਰਮ ਹੋ ਜਾਵੇ ਤੇ ਮਹਾਰਾਜ ਕਹਿੰਦੇ ਫਿਰ ਬੈਠ ਕੇ ਭਗਤੀ ਕਰੇ, ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੇ, ਚੌਂਕੜਾ ਮਾਰ ਕੇ ਗੁਰਬਾਣੀ ਪੜ੍ਹੇ, ਗੁਰਬਾਣੀ ਸੁਣ ਲਵੇ। ਗੁਰਬਾਣੀ ਅਭਿਆਸ ਵਿਚਾਰੀ। ਤੇ ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰੇ, ਵੱਧ ਤੋਂ ਵੱਧ ਵਾਹਿਗੁਰੂ ਵਾਹਿਗੁਰੂ ਜਪਣਾ ਕਰੇ ਜੀ। ਪਠਨ ਸੁਨਨ ਅਰ ਅਰਥ ਵਿਚਾਰਨ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ, ਵਿਚਾਰਨ ਦੇ ਨਾਲ ਜੀ ਕੋਈ ਅਸ਼ੁਭ ਸੋ ਕਰਕੇ ਨਿਵਾਰਨ। ਏਦਾਂ ਵੀ ਮਹਾਰਾਜ ਕਹਿੰਦੇ ਜਿਹੜੇ ਔਗਣ ਹਨ, ਭੈੜੀਆਂ ਆਦਤਾਂ ਨੇ, ਆਪਣੇ ਆਪ ਨਾਸ਼ ਹੋ ਜਾਂਦੀਆਂ ਨੇ। ਜੇ ਗੁਰ ਸ਼ਬਦ ਸੁਨਨ ਤੇ ਸਾਰੇ। ਮਹਾਰਾਜ ਕਹਿੰਦੇ ਜੇ ਗੁਰ ਸ਼ਬਦ ਸੁਣਨ ਤੇ ਸਾਰੇ। ਮਹਾਰਾਜ ਕਹਿੰਦੇ ਜਦੋਂ ਗੁਰੂ ਕੇ ਸ਼ਬਦ ਮਨੁੱਖ ਮਨ ਕਰਕੇ ਏਦਾਂ ਸੁਣਨ ਲੱਗ ਜਾਂਦਾ ਹੈ, ਧਿਆਨ ਦਿੰਦਾ ਹੈ ਜੀ। ਖੋਟੇ ਕਰਮ ਹਿਰਦੇ ਨਿਰਵਾਰੇ। ਮਹਾਰਾਜ ਕਹਿੰਦੇ ਹਿਰਦੇ ਤੋਂ ਜਿਹੜੇ ਖੋਟੇ ਕਰਮ ਹਨ ਨਾ, ਭੈੜੀਆਂ ਆਦਤਾਂ ਨੇ, ਲੈ ਜਾਂਦੀਆਂ ਨੇ। ਵਿਸ਼ਨ ਕੇ ਰਸਤੇ ਮਨ ਫਿਰਿਓ। ਮਹਾਰਾਜ ਕਹਿੰਦੇ ਜਿਹੜਾ ਵਿਸ਼ੇ ਵਿਕਾਰਾਂ ਦਾ ਰਸਤਾ ਹੈ, ਉੱਥੋਂ ਮਨ ਮੁੜ ਆਉਂਦਾ ਹੈ। ਕਾਹਦੇ ਨਾਲ? ਸੇਵਾ ਕਰਨ ਨਾਲ, ਸਿਮਰਨ ਕਰਨ ਦੇ ਨਾਲ, ਗੁਰਬਾਣੀ ਪੜ੍ਹਨ ਸੁਣਨ ਦੇ ਨਾਲ ਵਿਸ਼ੇ ਵਿਕਾਰਾਂ ਵੱਲ ਨੂੰ ਜਾਂਦਾ ਹੋਇਆ ਜਿਹੜਾ ਮਨ ਹੈ, ਮੁੜ ਆਉਂਦਾ ਹੈ। ਕਰਮ ਅਸ਼ੁਭ ਮਹਿ ਚਿਤ, ਕਰਮ ਅਸ਼ੁਭ ਮਹਿ ਹਿਤ ਨਹਿ ਧਰਿਓ। ਮਹਾਰਾਜ ਕਹਿੰਦੇ ਫਿਰ ਜਿਹੜੇ ਭੈੜੇ ਕਰਮ ਹਨ ਭਾਈ, ਉਹਨਾਂ ਵਿੱਚ ਜੀ ਨਹੀਂ ਲੱਗਦਾ। ਜਿਨ੍ਹਾਂ ਭੈੜਿਆਂ ਕਰਮਾਂ ਵਿੱਚ ਸਾਰੀ ਦੁਨੀਆ ਚਿੱਤ ਲਾ ਕੇ ਬੈਠੀ ਹੈ, ਜੇਕਰ ਸੇਵਾ ਸਿਮਰਨ ਆਰੰਭ ਕਰ ਦਈਏ ਨਾ, ਗੁਰਬਾਣੀ ਪੜ੍ਹਨੀ ਸੁਣਨੀ, ਸਤ ਸੰਗਤ ਕਰਨੀ ਆਰੰਭ ਕਰ ਦਈਏ ਤੇ ਫਿਰ ਉਹਨਾਂ ਭੈੜਿਆਂ ਕਰਮਾਂ ਤੋਂ ਮਨ ਮੁੜ ਆਉਂਦਾ ਹੈ। ਫਿਰ ਉਧਰ ਨੂੰ ਜਾਣ ਨੂੰ ਦਿਲ ਨਹੀਂ ਕਰਦਾ ਜੀ। ਜੰਗ ਦੁਖ ਰੂਪ ਜਾਣ ਕਰਨੀ ਕੋ।
ਫਿਰ ਭਾਈ ਜਿਹੜਾ ਇਹ ਸਾਰਾ ਸੰਸਾਰ ਹੈ ਨਾ, ਇਹ ਤਾਂ ਦੁੱਖਾਂ ਦਾ ਘਰ ਲੱਗਣ ਲੱਗ ਜਾਂਦਾ ਹੈ। ਜਿੰਨਾ ਵੀ ਸੰਸਾਰ ਦਾ ਪਸਾਰਾ ਹੈ, ਇਹ ਸਾਰਾ ਭੈੜਾ ਭੈੜਾ ਲੱਗਦਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੋਹਣਾ ਜਾਪਦਾ ਹੈ। ਸਭ ਵਿਵਹਾਰ ਲਗਤੇ ਔਰ ਫੀਕੋ। ਮਹਾਰਾਜ ਕਹਿੰਦੇ ਸਾਰੇ ਜਿਹੜੇ ਵਿਵਹਾਰ ਕੰਮ ਧੰਦੇ ਨੇ ਨਾ, ਫਿੱਕੇ ਫਿੱਕੇ ਜੇ ਲੱਗਣ ਲੱਗ ਜਾਂਦੇ ਨੇ। ਜਿੰਨਾ ਟਾਈਮ ਸੇਵਾ ਨਾ ਕਰੀਏ, ਸਿਮਰਨ ਨਾ ਕਰੀਏ, ਸਤ ਸੰਗਤ ਨਾ ਕਰੀਏ, ਮਹਾਰਾਜ ਕਹਿੰਦੇ ਭਾਈ ਫਿਰ ਉਹਦੇ ਬਿਨਾਂ ਸਾਰਾ ਕੁਝ ਫਿੱਕਾ ਫਿੱਕਾ ਜਿਹਾ ਜਾਪਦਾ ਹੈ। ਤਬ ਨਿਜ ਲਖਤੇ ਗਿਆਨ ਅਧਿਕਾਰੀ। ਮਹਾਰਾਜ ਕਹਿੰਦੇ ਭਾਈ ਫਿਰ ਐਸਾ ਜਿਹੜਾ ਮਨੁੱਖ ਹੈ, ਗਿਆਨ ਦਾ ਅਧਿਕਾਰੀ ਹੋ ਜਾਂਦਾ ਹੈ। ਜਦੋਂ ਸੰਸਾਰ ਦੇ ਰੀਤ ਰਿਵਾਜ, ਰੰਗ ਤਮਾਸ਼ੇ ਸਾਰੇ ਫਿੱਕੇ ਫਿੱਕੇ ਲੱਗਣ, ਔਰ ਜਿਹੜੀ ਸੇਵਾ ਕਰਨੀ, ਸਿਮਰਨ ਕਰਨਾ, ਸਤ ਸੰਗਤ ਕਰਨੀ ਮਨ ਨੂੰ ਬੜੀ ਚੰਗੀ ਲੱਗੇ ਨਾ, ਉਦੋਂ ਮਹਾਰਾਜ ਕਹਿੰਦੇ ਮਨੁੱਖ ਗਿਆਨ ਦਾ ਅਧਿਕਾਰੀ ਹੁੰਦਾ ਹੈ। ਕਰਨ ਲਗਤੇ ਸਤ ਅਸਤ ਵਿਚਾਰੀ। ਫਿਰ ਜਿਹੜਾ ਗਿਆਨ ਦਾ ਅਧਿਕਾਰੀ ਹੋ ਜਾਂਦਾ ਹੈ, ਉਹ ਚੰਗਾ ਮਾੜਾ ਵਿਚਾਰ ਲੈਂਦਾ ਹੈ। ਉਹ ਇਹ ਜਾਣ ਲੈਂਦਾ ਹੈ ਕਿ ਕੀ ਚੰਗਾ ਹੈ, ਕੀ ਮਾੜਾ ਹੈ। ਅਧਿਕਾਰ ਆਪਨ ਜਿਸ ਜਾਣੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਭਾਈ ਗੁਰਸਿੱਖੋ, ਭਾਈ ਭੋਲੂ ਜੀ ਆਦਿਕ ਜੋ ਗੁਰਸਿੱਖ ਆਏ ਨੇ, ਮਹਾਰਾਜ ਕਹਿੰਦੇ ਆਪਣਾ ਅਧਿਕਾਰ ਪਹਿਚਾਣ ਲਓ। ਜੇਕਰ ਤਾਂ ਮਨ ਦੇ ਵਿੱਚ ਖਿਆਲ ਆਉਂਦੇ ਨੇ ਕਿ ਗੁਰੂ ਵਾਲੇ ਬਣਨਾ ਹੈ, ਸਤ ਸੰਗਤ ਕਰਨੀ ਹੈ, ਮਹਾਰਾਜ ਕਹਿੰਦੇ ਫਿਰ ਤੇ ਭਾਈ ਹੱਥੀਂ ਸੇਵਾ ਕਰਿਆ ਕਰੋ। ਫਿਰ ਮਨ ਜੁੜ ਜਾਵੇਗਾ, ਪੱਕਾ ਹੋ ਜਾਵੇਗਾ। ਮਹਾਰਾਜ ਕਹਿੰਦੇ ਏਦਾਂ ਹੀ ਭਾਈ ਜੇਕਰ ਚੰਗੇ ਕਰਮ ਕਰਦਿਆਂ ਕਰਦਿਆਂ ਵਿੱਚ ਕਿਤੇ ਮਾੜਾ ਕਰਮ ਹੁੰਦਾ ਹੋਵੇ, ਫਿਰ ਭਾਈ ਬੈਠ ਕੇ ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਅਭਿਆਸ ਕਰਿਆ ਕਰੋ। ਏਦਾਂ ਮਹਾਰਾਜ ਗੁਰਸਿੱਖਾਂ ਤਾਈਂ ਸਮਝਾਉਂਦੇ ਨੇ ਭਾਈ ਕਿ ਜੇਕਰ ਇਹ ਸੰਸਾਰ ਫਿੱਕਾ ਫਿੱਕਾ ਜਾਪਣ ਲੱਗੇ ਤੇ ਗੁਰੂ ਕਾ ਨਾਮ ਸਤ ਸੰਗਤ ਕਰਨੀ ਬੜੀ ਚੰਗੀ ਲੱਗਣ ਲੱਗੇ ਨਾ, ਫਿਰ ਗਿਆਨ ਵਿਚਾਰਿਆ ਕਰੋ। ਏਦਾਂ ਹੀ ਮਹਾਰਾਜ ਕਹਿੰਦੇ ਤੁਸੀਂ ਆਪਣੇ ਅਧਿਕਾਰ ਪਹਿਚਾਣੋ ਜੀ। ਤਸਬਿਦ ਆਪ ਕਰਨ ਕੋ ਠਾਨੈ। ਮਹਾਰਾਜ ਕਹਿੰਦੇ ਫਿਰ ਜਿਹੋ ਜਿਹਾ ਭਾਈ ਤੁਹਾਡਾ ਮਨ ਹੈ ਨਾ, ਉਹੋ ਜਿਹੇ ਕਰਮ ਕਰ ਲਵੋ। ਸੇਵਾ ਕਰਨ ਨੂੰ ਜੀ ਕਰਦਾ ਹੈ, ਵੱਧ ਤੋਂ ਵੱਧ ਸੇਵਾ ਕਰੋ, ਸਿਮਰਨ ਕਰੋ, ਸਤ ਸੰਗਤ ਕਰੋ, ਗਿਆਨ ਪ੍ਰਾਪਤ ਕਰ ਲਵੋ। ਸਭ ਅਧਿਕਾਰਨ ਪਰ ਗੁਰਬਾਣੀ। ਮਹਾਰਾਜ ਕਹਿੰਦੇ ਪਰ ਸਾਰਿਆਂ ਅਧਿਕਾਰਾਂ ਉੱਪਰ ਜੋ ਗੁਰੂ ਨਾਨਕ ਦੀ ਗੁਰਬਾਣੀ ਹੈ। ਸਿੱਖ ਵੀ ਸਭ ਅਧਿਕਾਰਨ ਜਾਣੀ। ਭਾਈ ਸਾਰਿਆਂ ਦੇ ਉੱਪਰ ਲਾਗੂ ਹੁੰਦੀ ਹੈ। ਭਾਵੇਂ ਕੋਈ ਸੇਵਾ ਕਰਨ ਵਾਲਾ ਹੈ, ਕੋਈ ਸਿਮਰਨ ਕਰਨ ਵਾਲਾ ਹੈ, ਕੋਈ ਗਿਆਨ ਵਿਚਾਰਨ ਵਾਲਾ ਹੈ। ਨਿਜ ਅਧਿਕਾਰ ਸਮਤ ਤੇ ਲਖੈ। ਏਦਾਂ ਮਹਾਰਾਜ ਕਹਿੰਦੇ ਭਾਈ ਤੁਸੀਂ ਹੁਣ ਆਪਣਾ ਅਧਿਕਾਰ ਕੇ ਕੈਸੋ ਕੈਹੋ ਜੇ ਗੁਰਸਿੱਖ ਹੋ। ਅਜੇ ਤੁਹਾਨੂੰ ਹੱਥੀਂ ਸੇਵਾ ਦੀ ਲੋੜ ਹੈ, ਜਾਂ ਸਿਮਰਨ ਕਰਨ ਦੀ ਲੋੜ ਹੈ, ਗਿਆਨ ਵਿਚਾਰਨ ਦੀ ਲੋੜ ਹੈ। ਇਹ ਮਹਾਰਾਜ ਕਹਿੰਦੇ ਤੁਸੀਂ ਆਪ ਹੀ ਜਾਣ ਲਵੋ। ਕਰਮ ਉਪਾਸਨ ਗਿਆਨ ਕੇ ਵਿਖੈ। ਮਹਾਰਾਜ ਕਹਿੰਦੇ ਭਾਈ ਹੱਥੀਂ ਜਿਹੜੀ ਸੇਵਾ ਕਰਨੀ ਹੈ ਉਹ ਕਰ ਲਵੋ, ਜਾਂ ਬੈਠ ਕੇ ਜੋ ਸਿਮਰਨ ਕਰਨਾ ਹੈ ਉਹ ਕਰ ਲਵੋ, ਜਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੈਠ ਕੇ ਗਿਆਨ ਵਿਚਾਰੋ ਜੀ। ਨਿਜ ਅਧਿਕਾਰ ਜਾਣ ਕਰ ਲਾਗੇ। ਏਦਾਂ ਸੰਗਤ ਜੀ ਜਿਹੜੇ ਇਹ ਚਾਰ ਗੁਰਸਿੱਖ ਆਏ ਨੇ ਨਾ, ਇਹ ਜਾਣ ਗਏ ਕਿ ਸਾਡਾ ਮਨ ਕਿੱਥੇ ਕੁ ਖੜਾ ਹੈ। ਮਨ ਸਾਡੇ ਨੂੰ ਭੈੜੀਆਂ ਆਦਤਾਂ ਕਿੰਨੀਆਂ ਕੁ ਲੱਗੀਆਂ ਨੇ, ਕਿੰਨਾ ਕੁ ਸਾਡਾ ਸਤ ਸੰਗਤ ਕਰਨ ਨੂੰ, ਗੁਰੂ ਕੀ ਗੱਲ ਸੁਣਨ ਨੂੰ ਦਿਲ ਕਰਦਾ ਹੈ। ਫਿਰ ਉਸੇ ਪ੍ਰਕਾਰ ਕੋਈ ਤੇ ਸੰਗਤ ਜੀ ਗੁਰਬਾਣੀ ਪੜ੍ਹਨ ਬੈਠ ਗਿਆ ਹੈ, ਕੋਈ ਹੱਥੀਂ ਸੇਵਾ ਕਰਨ ਲੱਗਾ ਹੈ, ਕੋਈ ਸਤ ਸੰਗਤ ਦੇ ਵਿੱਚ ਸੰਗਤ ਜੀ ਗਿਆਨ ਸੁਣਦਾ ਹੈ ਬੈਠ ਕੇ। ਏਦਾਂ ਆਪੋ ਆਪਣੀ ਸੇਵਾ ਸਾਂਭੀ ਹੈ। ਗੁਰੂ ਸ਼ਬਦ ਸੋ ਨਿਤ ਅਨੁਰਾਗੈ। ਏਦਾਂ ਸੰਗਤ ਜੀ ਗੁਰੂ ਕੇ ਸ਼ਬਦ ਸੁਣ ਸੁਣ ਕੇ ਹਰ ਰੋਜ਼
ਗੁਰੂ ਦੇ ਨਾਲ ਪ੍ਰੇਮ ਵਧ ਰਿਹਾ ਹੈ ਜੀ। ਸੁਨ ਗੁਰਬਾਕ ਸਮਝ ਤਿਨ ਆਈ। ਇਹਨਾਂ ਸੰਗਤ ਜੀ ਗੁਰੂ ਕੇ ਬਚਨ ਸੁਣ ਕਰਕੇ ਇਹਨਾਂ ਨੂੰ ਸਾਰੀ ਸੋਝੀ ਆਈ ਹੈ। ਨਿਜ ਅਧਿਕਾਰ ਲੱਗੇ ਗਤ ਪਾਈ। ਇਹਨਾਂ ਸੰਗਤ ਜੀ ਆਪੋ ਆਪਣੀ ਸੇਵਾ ਸਾਂਭ ਕੇ ਸਿਮਰਨ ਸਾਂਭ ਕੇ ਇਹਨਾਂ ਨੇ ਲੋਕ ਪ੍ਰਲੋਕ ਸਵਾਰਿਆ ਹੈ ਜੀ। ਚਤੁਰਦਾਸ ਅਰ ਮੂਲਾ ਦੋਏ। ਇੱਕ ਸੰਗਤ ਜੀ ਭਾਈ ਚਤੁਰਦਾਸ ਹੈ, ਦੂਸਰਾ ਭਾਈ ਮੂਲਾ ਜੀ। ਤੇ ਕਪੂਰ ਜਾਤ ਕੇ ਸੋਏ। ਇਹ ਸੰਗਤ ਜੀ ਦੋਵੇਂ ਹੀ ਕਪੂਰ ਜਾਤ ਗੋਤ ਦੇ ਵਸਣ ਵਾਲੇ ਸਨ। ਹਾੜੂ ਗਾੜੂ ਵਿੱਚ ਸੋਚਾਰ। ਇਹ ਸੰਗਤ ਜੀ ਹਾੜੂ ਗਾੜੂ ਦੀ ਜਾਤ ਗੋਤ ਹੈ ਇਹਨਾਂ ਦੀ। ਕਪੂਰ ਵੀ ਜਾਤ ਹੈ ਤੇ ਹਾੜੂ ਗਾੜੂ ਇਲਾਕਾ ਹੈ। ਇਹ ਬੜੇ ਸੁੰਦਰ ਲੋਕ ਹਨ। ਜਦ ਆਏ ਸਤਿਗੁਰ ਕੇ ਦਵਾਰ। ਦੋਨੇ ਗੁਰਸਿੱਖ ਭਾਈ ਚਤੁਰਦਾਸ ਭਾਈ ਮੂਲਾ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਆ ਬਿਰਾਜੇ ਨੇ। ਕਰ ਬੰਧਨ ਸੋ ਬੂਝਣ ਲਾਗੇ। ਮਹਾਰਾਜ ਜੀਆਂ ਨੂੰ ਆ ਕੇ ਨਮਸਕਾਰ ਕੀਤੀ ਹੈ ਔਰ ਪੁੱਛਦੇ ਨੇ ਅਵੇ ਉਪਦੇਸ਼ ਸਿੱਖ ਬਹੁ ਜਾਗੇ। ਮਹਾਰਾਜ ਆਪ ਜੀਆਂ ਨੇ ਗੁਰਸਿੱਖੀ ਦਾ ਬਹੁਤ ਉਪਦੇਸ਼ ਬਖਸ਼ਿਆ ਹੈ। ਬੜੇ ਹੀ ਆਪ ਜੀਆਂ ਦੇ ਸਿੱਖ ਬਣ ਗਏ ਨੇ। ਗੁਰੂ ਕੀ ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ। ਸਭ ਕਰਮਨ ਕੇ ਉਦਮ ਕਰੇ। ਮਹਾਰਾਜ ਆਪ ਜੀਆਂ ਨੇ ਉਪਦੇਸ਼ ਬਖਸ਼ਿਆ ਹੈ ਕਿ ਮਨੁੱਖਾ ਜੀਵਨ ਵਿੱਚ ਮਨੁੱਖ ਸ਼ੁਭ ਕਰਮ ਕਰੇ, ਉਦਮ ਕਰੇ ਕਿ ਚੰਗਾ ਕਰਮ ਸੇਵਾ ਸਿਮਰਨ ਹੀ ਹੋਵੇ ਜੀ। ਸਤਨਾਮ ਸਿਮਰਨ ਮਨ ਧਰੈ। ਮਹਾਰਾਜ ਆਪ ਜੀਆਂ ਨੇ ਉਪਦੇਸ਼ ਬਖਸ਼ਿਆ ਹੈ ਕਿ ਮਨੁੱਖ ਆਪਣੀ ਕਿਰਤ ਕਮਾਈ ਕਰਦਾ ਗ੍ਰਸਤੀ ਜੀਵਨ ਅੰਦਰ ਅੱਠੇ ਪਹਿਰੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਵੇ। ਸਰਬ ਸੰਤ ਵੀ ਐਸੇ ਕਹੈ। ਫਿਰ ਮਹਾਰਾਜ ਵੱਖੋ ਵੱਖਰੀਆਂ ਮਤਾਂ ਦੇ ਜਿੰਨੇ ਸੰਤ ਮਹਾਂਪੁਰਖ ਮਹਾਤਮੇ ਹਨ। ਰਾਵਰ ਕੋ ਮਤ ਤੋ ਏਕ ਅਹੈ। ਮਹਾਰਾਜ ਉਹ ਵੀ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਘਰ ਦਾ ਇਹ ਅਸੂਲ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦਾ ਕਰਨਾ, ਸਤ ਸੰਗਤ ਕਰਨਾ, ਗੁਰੂ ਕੇ ਦਰਸ਼ਨ ਕਰਨਾ ਜੀ। ਇੱਕ ਸ਼ਲੋਕ ਸ੍ਰੀ ਵਾਰ ਮਝਾਰੇ। ਮਹਾਰਾਜ ਸਾਨੂੰ ਦੱਸੋ ਇੱਕ ਆਪ ਜੀਆਂ ਨੇ ਸ਼ਲੋਕ ਉਚਾਰਿਆ ਹੈ ਜੋ ਮਹਾਰਾਜ ਇੱਕ ਵਾਰ ਹੈ ਨਾ, ਵਾਰ ਦੇ ਅੰਦਰ ਆਪ ਜੀਆਂ ਨੇ ਸ਼ਲੋਕ ਲਿਖਿਆ ਹੈ। ਇਸ ਵਿਦ ਸ੍ਰੀ ਮੁਖ ਕੀਨ ਉਚਾਰੇ। ਮਹਾਰਾਜ ਸ੍ਰੀ ਰਾਗ ਦੇ ਅੰਦਰ ਆਪ ਜੀਆਂ ਨੇ ਇਹ ਵਾਰ ਉਚਾਰੀ ਹੈ। ਇਸ ਵਿਦ ਸ੍ਰੀ ਮੁਖ ਕੀਨ ਉਚਾਰੇ, ਉਹਦੇ ਵਿੱਚ ਮਹਾਰਾਜ ਐਸਾ ਲਿਖਿਆ ਹੈ ਜੀ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਸਤਿਗੁਰੂ ਜੀ ਲਿਖਦੇ ਨੇ ਕਿ ਦਾਤੀ ਸਾਹਿਬ ਸੰਧੀਆਂ ਕਿ ਜੋ ਅਕਾਲ ਪੁਰਖ ਵਾਹਿਗੁਰੂ ਦੀਆਂ ਦਾਤਾਂ ਹਨ ਨਾ, ਕਿਆ ਚੱਲੇ ਤਿਸ ਨਾਲ, ਉਹ ਕੋਈ ਧੱਕੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇ। ਉਹਦੇ ਵਾਹਿਗੁਰੂ ਦੀ ਮਰਜ਼ੀ ਹੁੰਦੀ ਹੈ ਕਿ ਕਿਸ ਨੂੰ ਕਿਹੜੀ ਦਾਤ ਦੇਣੀ ਹੈ, ਕਿਸ ਦੇ ਉੱਪਰ ਕੀ ਬਖਸ਼ਿਸ਼ਾਂ ਕਰਨੀਆਂ ਹਨ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਜੋ ਗੁਰੂ ਨਾਨਕ ਦੇ ਹੱਥ ਵਿੱਚ ਦਾਤਾ ਹਨ, ਉਹ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਬਖਸ਼ਦਾ ਹੈ। ਇੱਕ ਜਾਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦਏ ਉਠਾਲ। ਇੱਕ ਤੇ ਜਾਗਦੇ ਬੈਠੇ ਨੇ, ਗੁਰੂ ਨਾਨਕ ਦੇ ਹੱਥ ਵਿੱਚ ਵਡਿਆਈਆਂ ਨੇ, ਦਾਤਾਂ ਨੇ। ਇੱਕ ਤੇ ਉਹ ਲੋਕ ਨੇ ਜਿਹੜੇ ਜਾਗਦੇ ਬੈਠੇ ਨੇ, ਉਹ ਖਾਲੀ ਰਹਿ ਗਏ ਨੇ। ਇੱਕ ਨਾ ਸੁੱਤਿਆਂ ਦੇ ਉਠਾਲ। ਤੇ ਗੁਰੂ ਨਾਨਕ ਪਾਤਸ਼ਾਹ ਜਿਸ ਨੂੰ ਦਾਤਾਂ ਬਖਸ਼ਦਾ ਹੈ ਨਾ, ਉਹ ਸੁੱਤਿਆਂ ਪਿਆ ਨੂੰ ਉਠਾ ਕਰਕੇ ਵੀ ਦਾਤਾਂ ਦੇ ਦਿੰਦਾ ਹੈ। ਇੱਕ ਤੇ ਮੌਜ ਨਾਲ ਸੁੱਤੇ ਪਏ ਨੇ, ਉਹਨਾਂ ਨੂੰ ਤੇ ਗੁਰੂ ਨਾਨਕ ਇਸ ਪ੍ਰਕਾਰ ਦਾਤਾਂ ਬਖਸ਼ਿਸ਼ ਕਰ ਰਿਹਾ ਹੈ। ਤੇ ਇੱਕ ਮਹਾਰਾਜ ਜਾਗਣ ਵਾਲੇ ਨੇ, ਉਹ ਜਾਗਦੇ ਹੋਏ ਵੀ ਖਾਲੀ ਰਹਿ ਗਏ ਨੇ। ਮਹਾਰਾਜ ਇਹਨਾਂ ਦੇ ਕੀ ਅਰਥ ਬਣਦੇ ਨੇ। ਚੌਪਈ ਇਸਤੇ ਬਿਦ ਐਸੇ ਲਖ ਲਈ। ਮਹਾਰਾਜ ਜਦੋਂ ਅਸੀਂ ਇਹ ਗੁਰਬਾਣੀ ਪੜ੍ਹੀ ਨਾ
ਤੇ ਅਸੀਂ ਤਾਂ ਇਸ ਦੇ ਅਰਥ ਇਸ ਪ੍ਰਕਾਰ ਹੀ ਕੀਤੇ ਨੇ ਸੁਖਤਿਉ ਦਾਤ ਪ੍ਰਭੂ ਨੇ ਦਈ ਕਿ ਸੁਤਿਆਂ ਪਿਆਂ ਨੂੰ ਵੀ ਦਾਤਾ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜਾਗਰਤ ਜੇ ਛੂਛੇ ਸੋ ਲਹੀ ਹੈ ਇਸ ਪ੍ਰਕਾਰ ਜੇਕਰ ਅੰਮ੍ਰਿਤ ਵੇਲੇ ਉੱਠ ਕਰਕੇ ਜਾਗਦੇ ਲੋਕ ਵੀ ਦਾਤਾਂ ਤੋਂ ਖਾਲੀ ਰਹਿ ਗਏ ਜਾਂ ਤੇ ਸੁਖਤਿਉ ਹੀਨਤ ਚਾਹੀਏ ਤੇ ਹੈ ਹਮੇਸ਼ਾ ਪਰ ਸੁੱਤੇ ਹੀ ਰਹਿਣਾ ਚਾਹੀਦਾ ਹੈ। ਏਦਾਂ ਮਹਾਰਾਜ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਨ ਦੀ ਮਹਾਰਾਜ ਜਾਗਣ ਦੀ ਕੀ ਲੋੜ ਹੈ। ਜੇਕਰ ਗੁਰੂ ਨਾਨਕ ਨੇ ਦਾਤਾਂ ਸੁੱਤਿਆਂ ਪਿਆਂ ਨੂੰ ਵੀ ਬਖਸ਼ਿਸ਼ ਕਰ ਦੇਣੀਆਂ ਨੇ ਫਿਰ ਜਾਂ ਤੇ ਸੁਖਤਿਉ ਹੀਨਤ ਰਹੀਆ ਚਾਹੀਏ ਮਹਾਰਾਜ ਫਿਰ ਤਾਂ ਸੁੱਤੇ ਰਹਿਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਦੀ ਨੀਂਦ ਬੜੀ ਪਿਆਰੀ ਹੈ। ਮਹਾਰਾਜ ਫਿਰ ਸਵੇਰੇ ਉੱਠ ਕੇ ਭਲਾ ਮਨੁੱਖ ਨੇ ਕੀ ਕਰਨਾ ਹੈ। ਤਬ ਬੋਲੇ ਸੋਢੀ ਸਿਰ ਮੋਰ ਸੰਗਤ ਜੀ ਇਹ ਭਾਈ ਜੋ ਚਤਰਦਾਸ ਹੈ ਭਾਈ ਮੂਲਾ ਜੀ ਹੈ ਇਹਨਾਂ ਨੇ ਸਵਾਲ ਕੀਤਾ ਹੈ ਤੇ ਸੁਣ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋਢੀਆਂ ਦੇ ਕੁਲ ਦੇ ਸਰਮੌਰ ਪਾਤਸ਼ਾਹ ਹੱਸਣ ਲੱਗੇ ਨੇ ਇਸ ਕੋ ਆਸ਼ੈ ਹੈ ਬਿਦ ਔਰ ਮਹਾਰਾਜ ਕਹਿੰਦੇ ਨਹੀਂ ਭਾਈ ਗੁਰਸਿੱਖੋ ਇਹਦੇ ਅਰਥ ਇਹ ਨਹੀਂ ਬਣਦੇ ਕਿ ਜਾਗਦੇ ਖਾਲੀ ਰਹਿ ਗਏ ਤੇ ਸੁੱਤਿਆਂ ਨੂੰ ਮਹਾਰਾਜ ਨੇ ਦਾਤਾਂ ਦੇ ਦਿੱਤੀਆਂ। ਮਹਾਰਾਜ ਗੁਰੂ ਅਰਜਨ ਦੇਵ ਜੀ ਸਮਝਾਉਣ ਲੱਗੇ ਕਿ ਇਹ ਅਰਥ ਨਹੀਂ ਬਣਦੇ ਇਹਦੇ ਅਰਥ ਕੁਝ ਹੋਰ ਹਨ। ਇਕ ਤੋਂ ਪੜ ਕਰ ਪੰਡਿਤ ਹੋਏ ਮਹਾਰਾਜ ਕਹਿੰਦੇ ਇਹਦੇ ਅਰਥ ਇਹ ਨੇ ਕਿ ਇੱਕ ਤੇ ਬੜੀ ਵਿਦਿਆ ਪੜ੍ਹੇ ਬਹੁਤਾ ਗਿਆਨ ਇਕੱਠਾ ਕੀਤਾ ਔਰ ਬੜੇ ਗਿਆਨੀ ਪੰਡਿਤ ਹੋ ਗਏ। ਮਨ ਹੰਕਾਰ ਵਿਸਾਲ ਪਰੋਏ ਇਸ ਪ੍ਰਕਾਰ ਗਿਆਨ ਦੇ ਨਾਲ ਨਾਲ ਜਿਹੜਾ ਹੰਕਾਰ ਵੀ ਆ ਗਿਆ। ਵਿਦਿਆ ਬਹੁਤ ਪੜ੍ਹ ਲਈ ਤੇ ਬਹੁਤੀ ਪੜ੍ਹੀ ਵਿਦਿਆ ਦੇ ਨਾਲ ਹੰਕਾਰ ਵੀ ਓਨਾ ਹੀ ਵਧਿਆ ਹੈ। ਸੰਤਨ ਕੀ ਸੇਵਾ ਕਰਹੀ ਤੇ ਜਦੋਂ ਮਨੁੱਖ ਸੰਗਤ ਜੀ ਹੰਕਾਰੀ ਹੋ ਜਾਂਦਾ ਹੈ ਨਾ ਫਿਰ ਉਹ ਸੇਵਾਵਾਂ ਕਰਨੀਆਂ ਛੱਡ ਦਿੰਦਾ ਹੈ। ਸੇਵਾ ਸਿਮਰਨ ਸਤ ਸੰਗਤ ਕਰਨੀ ਭੁੱਲ ਜਾਂਦਾ ਹੈ ਕਿਉਂਕਿ ਗਿਆਨ ਬਹੁਤ ਹੁੰਦਾ ਹੈ। ਕੋਈ ਉਸ ਨੂੰ ਕਵੇ ਭਾਈ ਜਾ ਕੇ ਸਤ ਸੰਗਤ ਕਰਿਆ ਕਰ ਤੇ ਉਹ ਅੱਗੋਂ ਇੱਕ ਦੀਆਂ ਚਾਰ ਸੁਣਾਉਂਦਾ ਹੈ ਕਿਉਂਕਿ ਪੜ੍ਹੀ ਵਿਦਿਆ ਪੜ੍ਹਿਆ ਹੁੰਦਾ ਵਿਦਵਾਨ ਹੁੰਦਾ ਹੈ। ਮਹਾਰਾਜ ਕਹਿੰਦੇ ਭਾਈ ਇਹਨਾਂ ਪੰਕਤੀਆਂ ਦੇ ਅਰਥ ਹਨ ਇੱਕ ਤੋਂ ਪੜ੍ਹ ਕਰ ਪੰਡਤ ਹੋਏ ਇੱਕ ਤੇ ਵਿਦਿਆ ਪੜ੍ਹ ਪੜ੍ਹ ਕੇ ਬੜੇ ਵਿਦਵਾਨ ਹੋ ਗਏ। ਮਨ ਹੰਕਾਰ ਵਿਸਾਲ ਪਰੋਏ ਤੇ ਮਨ ਦੇ ਵਿੱਚ ਵਿਦਿਆ ਤੋਂ ਦੁੱਗਣਾ ਹੰਕਾਰ ਭਰ ਲਿਆ ਕਿ ਸਾਡੇ ਵਰਗਾ ਕੋਈ ਨਹੀਂ। ਨਹ ਸੰਤਨ ਕੀ ਸੇਵਾ ਕਰੇ ਤੇ ਹੰਕਾਰੀ ਬੰਦਾ ਸੰਗਤ ਜੀ ਸੇਵਾ ਨਹੀਂ ਕਰ ਸਕਦਾ। ਫਿਰ ਹੰਕਾਰ ਦੇ ਵਿੱਚ ਹੀ ਰਹਿਆ ਕੋਈ ਸੰਤਾਂ ਮਹਾਂਪੁਰਖਾਂ ਗੁਰਸਿੱਖਾਂ ਦੀ ਸੇਵਾ ਨਹੀਂ ਕਮਾਈ ਜੀ। ਆਮ ਬੁੱਧ ਅਦਕ ਮਾਨ ਇਮ ਧਰਤੀ ਏਦਾਂ ਮਨ ਦੇ ਵਿੱਚ ਧਾਰਨ ਕਰ ਲਿਆ ਕਿ ਅਸੀਂ ਤੇ ਬੜੀ ਵਿਦਿਆ ਪੜ੍ਹੀ ਹੈ ਵਿਦਵਾਨ ਹਾਂ ਸਾਨੂੰ ਸੇਵਾ ਸਿਮਰਨ ਦੀ ਕੀ ਲੋੜ ਹੈ। ਕਰਕੇ ਬਾਦ ਔਰ ਨਿਸ਼ਚੈ ਨਾਹੇ ਨਾ ਤੇ ਜੇਕਰ ਕੋਈ ਉਹਨਾਂ ਨੂੰ ਸੇਵਾ ਸਿਮਰਨ ਬਾਰੇ ਸਤ ਸੰਗਤ ਕਰਨ ਵਾਲੇ ਕਹਿ ਦੇਵੇ ਤੇ ਅੱਗੋਂ ਫਿਰ ਸੰਗਤ ਜੀ ਝਗੜਾ ਕਰਦੇ ਨੇ। ਬਹੁਤਿਆਂ ਪੜ੍ਹਿਆਂ ਲਿਖਿਆਂ ਨੂੰ ਕਹਿ ਦਈਏ ਨਾ ਗੁਰੂ ਘਰ ਜਾਇਆ ਕਰੋ ਅੰਮ੍ਰਿਤ ਵੇਲੇ ਜਾਗ ਕਰਕੇ ਨਿਤਨੇਮ ਕਰਿਆ ਕਰੋ ਤੁਸੀਂ ਭਾਈ ਸਤ ਸੰਗਤ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ। ਪਰ ਸੰਗਤ ਜੀ ਇੱਕ ਦੀਆਂ ਚਾਰ ਸੁਣਾਉਂਦੇ ਨੇ ਕਿਉਂਕਿ ਇਹਨਾਂ ਕੋਲ ਮਟੀਰੀਅਲ ਬੜਾ ਇਕੱਠਾ ਹੁੰਦਾ ਹੈ। ਏਦਾਂ ਸੰਗਤ ਜੀ ਚ ਵਿਚਾਰ ਚਰਚਾ ਕਰਨ ਦਾ ਬਾਅਦ ਝਗੜਾ ਕਰਨ ਦਾ ਲੜਾਈ ਕਰਨ ਦਾ। ਬਹੁਤਿਆਂ ਪੜ੍ਹਿਆਂ ਲਿਖਿਆਂ ਨੂੰ ਧਰਮ ਦੇ ਰਸਤੇ ਤੋਰੀਏ ਨਾ ਕਿ ਭਾਈ ਅੰਮ੍ਰਿਤ ਛਕ ਲਵੋ ਤੇ ਫਿਰ ਸੰਗਤ ਜੀ ਮੈਂ ਨਾ ਮਾਨੂ ਵਾਲੀ ਗੱਲ ਹੁੰਦੀ ਹੈ ਮੰਨਦੇ ਨਹੀਂ ਝਗੜਾ ਕਰਦੇ ਨੇ। ਸਭ ਉਪਦੇਸ਼ ਜੋ ਮਨ ਕੇ ਕਾਹੇ ਨਾ ਫਿਰ ਗੁਰੂ ਕਾ ਉਪਦੇਸ਼ ਸੰਗਤ ਜੀ ਕਿੱਥੇ ਮੰਨਦੇ ਨੇ ਕਿਸੇ ਗੁਰਸਿੱਖ ਦਾ ਕਹਿਆ ਕਿੱਥੇ ਮੰਨਦੇ ਨੇ। ਆਪ ਨਹੀਂ ਮੰਨਦੇ ਆਪ ਨਹੀਂ ਇਹਨਾਂ ਨੂੰ ਸੁਣਨ ਦੀ ਆਦਤ ਘਟ ਜਾਂਦੀ ਹੈ ਸੁਣਾਉਣ ਦੀ ਆਦਤ ਪੈ ਜਾਂਦੀ ਹੈ। ਆਪ ਭਾਵੇਂ ਘੰਟਾ ਘੰਟਾ ਸੁਣਾਈ ਜਾਣ ਥੱਕਦੇ ਨਹੀਂ ਪਰ ਕੋਈ ਗੁਰਸਿੱਖ ਇਹਨਾਂ ਨੂੰ 1-2 ਮਿੰਟ ਵੀ ਸੁਣਾਵੇ ਤੇ ਸੰਗਤ ਜੀ ਇਹਨਾਂ ਨੂੰ ਕਾਹਲ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਇੱਕ ਤੇ ਉਹ ਨੇ ਜਿਹੜੇ ਵਿਦਿਆ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ ਜਾਗਦੇ ਸਮਝਦੇ ਨੇ ਕਿ ਅਸੀਂ ਬੜੇ ਅਪਗ੍ਰੇਡ ਆ
ਸਾਡੇ ਵਰਗਾ ਕੋਈ ਨਹੀਂ, ਸਾਨੂੰ ਹੀ ਸਾਰੇ ਸੰਸਾਰ ਦੀ ਸੋਝੀ ਹੈ ਤੇ ਦੁਨੀਆ ਤੇ ਐਵੇਂ ਹੀ ਤੁਰੀ ਫਿਰਦੀ ਹੈ। ਮਹਾਰਾਜ ਕਹਿੰਦੇ ਉਹ ਆਪਣੇ ਆਪ ਨੂੰ ਜਾਗਦੇ ਸਮਝਦੇ ਨੇ ਕਿ ਵਿਦਿਆ ਬੜੀ ਪੜ੍ਹੀ ਹੈ, ਵਿਦਿਆ ਨੇ ਬੜਾ ਚਾਨਣ ਕੀਤਾ ਹੈ, ਔਰ ਇਸ ਪ੍ਰਕਾਰ ਦੇ ਮਨ ਦੇ ਵਿੱਚ ਹੰਕਾਰ ਦਾ ਸੂਰਜ ਚੜ੍ਹਿਆ ਹੁੰਦਾ ਹੈ। ਸੰਤਾਂ ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਸੇਵਾ ਕਰਦੇ ਨਹੀਂ। ਇਸ ਪ੍ਰਕਾਰ ਜੇਕਰ ਕੋਈ ਕਰਨ ਨੂੰ ਕਹਿ ਦੇਵੇ ਤੇ ਉਹਦੇ ਨਾਲ ਝਗੜਾ ਕਰਦੇ ਨੇ। ਸ਼ੁਭ ਉਪਦੇਸ਼ ਜੋ ਮਨ ਹੈ ਕਾਹੇ ਨਾ, ਕਿਸੇ ਦਾ ਵੀ ਕਹਿਆ ਕੋਈ ਚੰਗਾ ਉਪਦੇਸ਼ ਮੰਨਦੇ ਨਹੀਂ। ਇੱਕ ਅਨਪੜ੍ਹ ਨਹਿ ਮਨ ਹੰਕਾਰੀ। ਇੱਕ ਸੰਗਤ ਜੀ ਬਿਲਕੁਲ ਹੀ ਭੋਲੇ ਨੇ, ਅਨਪੜ੍ਹ ਨੇ, ਮਨ ਦੇ ਵਿੱਚ ਰਤੀ ਵੀ ਹੰਕਾਰ ਨਹੀਂ ਹੈ। ਗੁਰ ਸੰਤਨ ਕੀ ਸੇਵਾ ਸੁਧਾਰੀ। ਜਿਹੜੇ ਸੰਗਤ ਜੀ ਗੁਰੂ ਔਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਰਹਿੰਦੇ, ਜੋੜੇ ਝਾੜਦੇ ਰਹਿੰਦੇ, ਝਾੜੂ ਫੇਰਦੇ ਰਹਿੰਦੇ, ਸਤ ਸੰਗਤ ਕਰਦੇ ਨੇ। ਪਠਿਓ ਸੋ ਜਾਗਤ ਛੂਛਾ ਰਹਿਓ। ਮਹਾਰਾਜ ਕਹਿੰਦੇ ਭਾਈ ਇਸ ਲਈ ਅਸੀਂ ਇਹ ਬਚਨ ਕਹੇ ਨੇ, ਇੱਕ ਜਗਾਉਂਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਤੇ ਗਿਆਨਵਾਨ ਹੋ ਕਰਕੇ ਆਪਣੇ ਆਪ ਨੂੰ ਜਾਗਦੇ ਸਮਝਦੇ ਨੇ ਕਿ ਅਸੀਂ ਬੜੇ ਏਦਾਂ ਵਿਦਵਾਨ ਹਾਂ। ਇੱਕ ਬਿਲਕੁਲ ਅਨਪੜ੍ਹ ਨੇ, ਉਹ ਸੁੱਤਿਆਂ ਵਰਗੇ ਨੇ, ਜਿਨ੍ਹਾਂ ਨੂੰ ਰਤੀ ਭਰ ਕੋਈ ਖਬਰ ਨਹੀਂ ਹੈ। ਮਹਾਰਾਜ ਕਹਿੰਦੇ ਇਸ ਲਈ ਇਹ ਵਚਨ ਕਹੇ ਨੇ, ਪਠਿਓ ਸੋ ਜਾਗਤ ਛੂਛਾ ਰਹੇ, ਕਿ ਜਿਹੜੇ ਜਾਗਦੇ ਨੇ ਨਾ, ਬਹੁਤ ਹੀ ਵਿਦਿਆ ਪੜ੍ਹ ਕੇ ਸਾਡਾ ਬੜਾ ਰੋਸ਼ਨ ਦਿਮਾਗ ਹੋ ਗਿਆ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਦੀਆਂ ਦਾਤਾਂ ਤੋਂ ਖਾਲੀ ਰਹਿ ਜਾਂਦੇ ਨੇ। ਅਨਪੜ੍ਹ ਸੁਪਤ ਸੇਵ ਸੁਖ ਲਹਿਓ। ਤੇ ਜਿਹੜੇ ਬਿਲਕੁਲ ਅਨਪੜ੍ਹ ਹੁੰਦੇ ਨੇ, ਗਿਆਨ ਕਰਕੇ ਬਿਲਕੁਲ ਸੁੱਤੇ ਹੁੰਦੇ ਨੇ, ਉਹ ਸੇਵਾ ਸਿਮਰਨ ਕਰਕੇ, ਸਤ ਸੰਗਤ ਕਰਕੇ, ਗੁਰੂ ਕੇ ਬਚਨਾਂ ਤੇ ਚੱਲ ਕੇ ਬਹੁਤਾ ਸੁਖ ਪਾਉਂਦੇ ਹਨ। ਅਥਵਾ ਔਰ ਅਰਥ ਸੁਨਕਾਨ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਹੋਰ ਸੌਖੇ ਤਰੀਕੇ ਨਾਲ ਸਮਝਾਉਂਦੇ ਹਾਂ। ਇੱਕ ਗਮਨਿਓ ਸਤਸੰਗ ਸਥਾਨ। ਮਹਾਰਾਜ ਕਹਿੰਦੇ ਇੱਕ ਤੇ ਉਹ ਬੰਦਾ ਹੈ ਜਿਹੜਾ ਸਵੇਰੇ ਸਵੇਰੇ ਉੱਠਿਆ, ਅੰਮ੍ਰਿਤ ਵੇਲੇ ਨਹਾ ਧੋ ਕੇ ਸਤ ਸੰਗਤ ਵਿੱਚ ਜਾ ਬੈਠਾ ਹੈ। ਤਹਾਂ ਨੀਂਦ ਬਸ ਹਵੈ ਪਰ ਰਹਿਓ। ਤੇ ਸਤ ਸੰਗਤ ਦੇ ਵਿੱਚ ਬੈਠੇ ਬੈਠੇ ਨੂੰ ਨੀਂਦ ਆ ਗਈ, ਅੱਖ ਲੱਗ ਗਈ, ਸਤ ਸੰਗਤ ਦੇ ਵਿੱਚ ਆ ਕੇ ਬੈਠਾ ਹੈ, ਕਥਾ ਕੀਰਤਨ ਹੋ ਰਿਹਾ ਹੈ, ਪਰ ਨੀਂਦ ਵਸ ਹੋਇਆ ਹੈ। ਵਰਤਾਵੇ ਤਬ ਤਿਸ ਕੋ ਲਹਿਓ। ਸਾਰੀ ਸਤ ਸੰਗਤ ਦੀ ਸਮਾਪਤੀ ਹੋ ਗਈ ਜਦੋਂ ਗੁਰੂ ਘਰ ਦੇ ਵਰਤਾਵੇ ਸਿੱਖਾਂ ਨੇ ਦੇਗ ਵਰਤਾਈ ਹੈ। ਦਇਓ ਜਗਾਏ ਤਾਹੀ ਵਰਤਾਰਾ। ਏਦਾਂ ਜਦੋਂ ਸਾਰੀਆਂ ਸੰਗਤਾਂ ਨੇ ਦੇਗ ਪ੍ਰਾਪਤ ਕਰ ਲਈ ਤੇ ਉਹ ਸੁੱਤਾ ਰਹਿ ਗਿਆ, ਫਿਰ ਉਸ ਨੂੰ ਵੀ ਵਰਤਾਵੇ ਨੇ ਆ ਕੇ ਜਗਾਇਆ ਹੈ, ਉੱਠ ਭਾਈ ਗੁਰੂ ਕੀ ਦੇਗ ਛਕ ਤੋਂ। ਛੂਛੋ ਜਾਗਿਓ ਸਦਨ ਮਝਾਰਾ। ਮਹਾਰਾਜ ਕਹਿੰਦੇ ਭਾਈ ਇੱਕ ਫਿਰ ਉਹ ਹੈ ਜਿਹੜਾ ਘਰ ਵਿੱਚ ਜਾਗਦਾ ਬੈਠਾ ਹੈ, ਇੱਕ ਉਹ ਹੈ ਜਿਹੜਾ ਸਤ ਸੰਗਤ ਦੇ ਵਿੱਚ ਸੁੱਤਾ ਪਿਆ ਹੈ, ਇੱਕ ਉਹ ਹੈ ਜਿਹੜਾ ਘਰ ਦੇ ਵਿੱਚ ਜਾਗਦਾ ਹੈ। ਇਸ ਪਰ ਸੁਨ ਉਤਰਹਿ ਦ੍ਰਿਸ਼ਟਾਂਤ। ਮਹਾਰਾਜ ਕਹਿੰਦੇ ਜਿਹੜਾ ਤੇ ਘਰੋਂ ਉੱਠ ਕੇ ਆ ਕੇ ਸਤ ਸੰਗਤ ਦੇ ਵਿੱਚ ਸੌਂ ਗਿਆ, ਭਾਵੇਂ ਉਸ ਨੂੰ ਕੋਈ ਗਿਆਨ ਪ੍ਰਾਪਤ ਨਹੀਂ ਹੋਇਆ ਕਿਉਂਕਿ ਸੁੱਤਾ ਸੀ, ਪਰ ਮਹਾਰਾਜ ਕਹਿੰਦੇ ਭਾਈ ਗੁਰੂ ਕੀ ਦੇਗ ਪ੍ਰਾਪਤ ਹੋ ਗਈ। ਗੁਰੂ ਕਾ ਕੜਾ ਪ੍ਰਸਾਦ ਤੇ ਹਾਵਲ ਪ੍ਰਸਾਦ ਹੈ ਜੋ ਉਸ ਦੀ ਪ੍ਰਾਪਤ ਹੋ ਗਈ। ਕਿਉਂ? ਮਹਾਰਾਜ ਕਹਿੰਦੇ ਭਾਈ ਸਤ ਸੰਗਤ ਦੇ ਵਿੱਚ ਆ ਗਿਆ ਸੀ ਤੇ ਸਤ ਸੰਗਤ ਦੇ ਵਿੱਚ ਤੇ ਕੁਝ ਨਹੀਂ ਸੁਣਿਆ, ਪਰ ਅੰਤਲੇ ਸਮੇਂ ਮਹਾਰਾਜ ਕਹਿੰਦੇ ਦੇਗ ਵਰਤੀ ਤੇ ਵਰਤਾਵੇ ਨੇ ਉਠਾ ਕਰਕੇ ਦੇਗ ਛਕਾਈ ਹੈ। ਭਾਈ ਗੁਰੂ ਕੇ ਸਿੱਖਾ ਦੇਗ ਛਕ। ਇੱਕ ਸੰਗਤ ਜੀ ਉਹ ਨੇ ਜਿਹੜੇ ਫਿਰ ਬੜੀ ਸਦੇਹਾਂ ਉੱਠੇ ਹੁੰਦੇ ਨੇ ਤੇ ਫਿਰ ਸੰਗਤ ਜੀ ਏਦਾਂ ਤੁਰਨ ਫਿਰਨ ਜਾਂਦੇ ਨੇ ਕਿ ਤੁਰਨਾ ਬੜਾ ਚੰਗਾ ਹੈ ਵੀ ਚੰਗਾ, ਪਰ ਜੇਕਰ ਗੁਰੂ ਕੇ ਦਰਸ਼ਨ ਨਾ ਕਰੀਏ ਤੇ ਉਹ 2-2 3-3 ਕਿਲੋਮੀਟਰ ਤੁਰੇ ਫਿਰੀਏ, ਸਰੀਰ ਨੂੰ ਤੇ ਚੰਗਾ ਹੈ ਸੰਗਤ ਜੀ, ਪਰ ਜੀਵਨ ਵਾਸਤੇ ਚੰਗਾ ਨਹੀਂ ਹੈ। ਲੋਕ ਪਰਲੋਕ ਨਹੀਂ ਸਵਰੇਗਾ ਜੋਗਿੰਗ ਕਰਨ ਦੇ ਨਾਲ, ਤੁਰਨ ਫਿਰਨ ਦੇ ਨਾਲ। ਏਦਾਂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਛੂਛਾ ਜਾਗਿਓ ਸਦਨ ਮਝਾਰ, ਕਿ ਇੱਕ ਤੇ ਘਰ ਵਿੱਚ ਜਾਗਦਾ ਰਿਹਾ, ਇੱਕ ਸਤ ਸੰਗਤ ਦੇ ਵਿੱਚ ਆ ਕੇ ਸੌਂ ਗਿਆ। ਜਿਹੜਾ ਘਰ ਦੇ ਵਿੱਚ ਜਾਗਦਾ ਸੀ ਉਹ ਕੜਾਹ ਪ੍ਰਸ਼ਾਦ ਤੋਂ ਵੀ ਖਾਲੀ ਰਿਹਾ ਤੇ ਗਿਆਨ ਤੋਂ ਵੀ ਖਾਲੀ ਰਿਹਾ, ਤੇ ਜਿਹੜਾ ਸਤ ਸੰਗਤ ਦੇ ਵਿੱਚ ਆ ਗਿਆ ਫਿਰ ਸੰਗਤ ਜੀ ਗਿਆਨ ਭਾਵੇਂ ਪ੍ਰਾਪਤ ਨਹੀਂ ਹੋਇਆ,
ਪਰ ਕੜਾ ਪ੍ਰਸ਼ਾਦ ਜ਼ਰੂਰ ਪ੍ਰਾਪਤ ਹੋ ਗਿਆ ਹੈ। ਮਹਾਰਾਜ ਕਹਿੰਦੇ ਇਸ ਪਰ ਸੁਣ ਉਚਰਹਿ ਦ੍ਰਿਸ਼ਟਾਂਤ, ਤੁਹਾਨੂੰ ਹੋਰ ਇਸ ਬਾਰੇ ਸਮਝਾਉਂਦੇ ਹਾਂ। ਜੁਗ ਸੌਦਾਗਰ ਸੁਨਕਰ ਬਾਤ, ਮਹਾਰਾਜ ਕਹਿੰਦੇ ਏਦਾਂ ਜਾਣ ਲਵੋ ਕਿ ਜਿਹੜੇ ਦੋ ਸੌਦਾਗਰ ਨੇ, ਦੋ ਵਪਾਰੀ ਹਨ, ਪ੍ਰਾਪਤ ਹੋਤ ਚਲ ਪਰਹੇ ਜਹਾਜੋ। ਏਦਾਂ ਮਹਾਰਾਜ ਕਹਿੰਦੇ ਦੋਵਾਂ ਨੂੰ ਪਤਾ ਲੱਗ ਗਿਆ ਕਿ ਅੰਮ੍ਰਿਤ ਵੇਲੇ ਜਿਹੜਾ ਜਹਾਜ਼ ਹੈ, ਸਮੁੰਦਰੀ ਜਹਾਜ਼ ਹੈ, ਉਸ ਨੇ ਇਸ ਕਿਨਾਰੇ ਤੋਂ ਪਰਲੇ ਕਿਨਾਰੇ ਵੱਲ ਨੂੰ ਚੱਲਣਾ ਹੈ। ਸੁਨ ਬਡ ਮਜਲ ਕਰੀ ਹਿਤ ਕਾਜੋ। ਏਦਾਂ ਸੰਗਤ ਜੀ ਐਕਣੇ ਤੇ ਸੁਣ ਕਰਕੇ ਸਾਰੀ ਤਿਆਰੀ ਬਿਆਰੀ ਕਰ ਲਈ ਹੈ। ਸੁਨ ਬਡ ਮੰਜ਼ਿਲ ਕਰੀ ਹਿਤ ਕਾਜੂ, ਸਾਰਾ ਆਪਣਾ ਸਾਜੋ ਸਮਾਨ ਬੰਨ ਕੇ ਰੱਖ ਲਿਆ ਹੈ, ਤਿਆਰ ਕਰ ਲਿਆ ਹੈ ਕਿ ਇਸ ਕਿਨਾਰੇ ਤੋਂ ਦੂਸਰੇ ਕਿਨਾਰੇ ਨੂੰ ਸਵੇਰੇ ਅੰਮ੍ਰਿਤ ਵੇਲੇ ਜਿਹੜਾ ਜਹਾਜ਼ ਹੈ ਉਹ ਤੁਰਨਾ ਹੈ। ਸੰਧਿਆ ਸਮੇਂ ਪਹੁੰਚੇ ਜਾਈ। ਸੰਗਤ ਜੀ ਉਹ ਤੇ ਉਸ ਦਿਨ ਹੀ ਸ਼ਾਮ ਨੂੰ ਸਾਰਾ ਸਮਾਨ ਲੈ ਕਰਕੇ ਜਿੱਥੋਂ ਜਹਾਜ਼ ਨੇ ਤੁਰਨਾ ਸੀ ਉੱਥੇ ਪਹੁੰਚ ਗਿਆ। ਤੋ ਚੜ ਜਹਾਜ਼ ਸੁਪਤਾਈ। ਤੇ ਸ਼ਾਮ ਨੂੰ ਹੀ ਸਾਰਾ ਸਮਾਨ ਆਪਣਾ ਜਹਾਜ਼ ਵਿੱਚ ਲੱਦ ਕੇ ਤੇ ਆਰਾਮ ਦੇ ਨਾਲ ਜਹਾਜ਼ ਵਿੱਚ ਸੁੱਤਾ ਹੈ। ਦੂਸਰ ਚੜਿਓ ਨਾ ਐਸੇ ਜਾਨ। ਤੇ ਜਿਹੜਾ ਦੂਸਰਾ ਸੀ ਸੰਗਤ ਜੀ ਬੜਾ ਪੜ੍ਹਿਆ ਲਿਖਿਆ, ਉਹ ਇਹ ਜਾਣ ਕੇ ਚੜਿਆ ਨਾ ਚਲਨ ਸਮੇਂ ਹਮ ਚੜ੍ਹੇ ਆਨ। ਕਿ ਇਸ ਵੇਲੇ ਜਾ ਕੇ ਅੱਧੀ ਰਾਤ ਨੂੰ ਕੀ ਕਰਨਾ ਹੈ, ਸਵੇਰੇ ਜਹਾਜ਼ ਤੁਰੇਗਾ ਤੇ ਸਵੇਰੇ ਜਾ ਕਰਕੇ ਸਮਾਨ ਰੱਖ ਲਵਾਂਗੇ ਤੇ ਸਵੇਰੇ ਜਾ ਕਰਕੇ ਜਹਾਜ਼ ਤੇ ਚੜਾਂਗੇ। ਜਾਗਤ ਰਹਿਓ ਸਰਬ ਨਿਸਮਾਹੀ। ਇੱਕ ਤੇ ਉਹ ਹੈ ਸੰਗਤ ਜੀ ਜਿਹੜਾ ਜਹਾਜ਼ ਦੇ ਵਿੱਚ ਸਾਰਾ ਸਮਾਨ ਸ਼ਾਮ ਨੂੰ ਹੀ ਰੱਖ ਕੇ ਜਹਾਜ਼ ਵਿੱਚ ਸੁੱਤਾ ਪਿਆ ਹੈ। ਇੱਕ ਉਹ ਹੈ ਜਿਹੜਾ ਘਰ ਦੇ ਵਿੱਚ ਜਾਗ ਰਿਹਾ ਹੈ ਤੇ ਸੋਚ ਰਿਹਾ ਹੈ ਚਲੋ ਅੰਮ੍ਰਿਤ ਵੇਲੇ ਜਾਵਾਂਗੇ, ਉਦੋਂ ਜਾ ਕਰਕੇ ਸਾਰਾ ਸਮਾਨ ਰੱਖ ਲਾਂਗੇ, ਜਹਾਜ਼ 'ਚ ਸਵਾਰ ਹੋ ਜਾਵਾਂਗੇ। ਇੱਕ ਘਰ ਵਿੱਚ ਜਾਗਦਾ ਹੈ। ਨਿਕਟ ਜਹਾਜ਼ ਸੋ ਪਹੁੰਚਿਓ ਨਾਹੀ। ਏਦਾਂ ਜਹਾਜ਼ ਦੇ ਨੇੜੇ ਨਹੀਂ ਪਹੁੰਚਿਆ, ਇਹ ਸੋਚ ਕੇ ਕਿ ਚਲੋ ਸਵੇਰ ਹੁੰਦਿਆਂ ਇੱਥੋਂ ਚੱਲ ਵੜਾਂਗੇ, ਜਹਾਜ਼ ਦੇ ਚੱਲਣ ਤੋਂ ਪਹਿਲਾਂ ਪਹੁੰਚਾਂਗੇ। ਢੋਲ ਬਜਾਇਓ ਚੜ੍ਹਬੇ ਕਾਲ। ਕਿਉਂਕਿ ਜਦੋਂ ਪੁਰਾਤਨ ਸਮਿਆਂ ਦੇ ਵਿੱਚ ਸਮੁੰਦਰੀ ਸ਼ਿਪ ਤੁਰਿਆ ਕਰਦੇ ਸਨ, ਸਮੁੰਦਰਾਂ ਵਿੱਚ ਚੱਲਿਆ ਕਰਦੇ ਸਨ, ਇੱਕ ਕਿਨਾਰੇ ਤੇ ਦੂਸਰੇ ਕਿਨਾਰੇ ਤੇ ਜਾਣ ਤੋਂ ਪਹਿਲਾਂ ਜਿਸ ਕਿਨਾਰੇ ਤੇ ਖੜੇ ਨੇ ਸੰਗਤ ਜੀ ਉਧਰ ਨਗਾਰਾ ਵਜਾਇਆ ਕਰਦੇ ਸੀ, ਢੋਲ ਵਜਾਇਆ ਕਰਦੇ ਸੀ ਕਿ ਜੇਕਰ ਕੋਈ ਜਾਣ ਵਾਲਾ ਰਹਿੰਦਾ ਹੈ ਤੇ ਭਾਈ ਪਹੁੰਚ ਜਾਵੇ। ਇਸ ਨੇ ਵੀ ਇਹੀ ਸੋਚਿਆ ਹੈ ਕਿ ਸਵੇਰੇ ਢੋਲ ਵੱਜੇਗਾ, ਪਤਾ ਲੱਗ ਜਾਵੇਗਾ, ਉਦੋਂ ਤੁਰ ਜਾਵਾਂਗੇ। ਜਾਗਰਤ ਪਰਿਓ ਅਪਰ ਕਿਸ ਖਿਆਲ। ਸੰਗਤ ਜੀ ਹੈ ਜਾਗਦਾ ਪਰ ਹੋਰ ਹੀ ਖਿਆਲਾਂ ਵਿੱਚ ਡੁੱਬਿਆ ਹੋਇਆ ਹੈ ਕਿ ਪਰਲੇ ਕਿਨਾਰੇ ਜਾਵਾਂਗੇ, ਆਪਣਾ ਸਾਜੋ ਸਮਾਨ ਸਾਰਾ ਵੇਚ ਕੇ ਵਧੀਆ ਲਾਭ ਕਮਾਵਾਂਗੇ, ਬਹੁਤਾ ਮਾਇਆ ਕਮਾ ਕੇ ਲਿਆਵਾਂਗੇ। ਹੈ ਜਾਗਦਾ, ਅੱਖਾਂ ਖੁੱਲੀਆਂ ਨੇ, ਪਰ ਮਨ ਕਰਕੇ ਹੋਰ ਹੀ ਸੋਚਾਂ ਵਿੱਚ ਡੁੱਬਿਆ ਹੈ। ਸੁਣਿਓ ਨਾ ਗਇਓ ਉਰੁਡਿਓ ਨਾਹੀ। ਇਹ ਤਾਂ ਸੰਗਤ ਜੀ ਫਿਰ ਜਦੋਂ ਨਾ ਹੀ ਤੇ ਉੱਠਿਆ ਹੈ ਤੇ ਨਾ ਹੀ ਜਹਾਜ਼ ਵਿੱਚ ਸਵਾਰ ਹੋਇਆ ਹੈ। ਜਹਾਜ਼ ਗਇਓ ਛਿਨ ਮਾਹੀ। ਜਦੋਂ ਫਿਰ ਸੰਗਤ ਜੀ ਬੰਦਾ ਕਿਸੇ ਹੋਰ ਖਿਆਲ ਦੇ ਵਿੱਚ ਹੋਵੇ ਨਾ, ਧਿਆਨ ਕਿਤੇ ਹੋਰ ਹੋਵੇ ਤੇ ਭਾਵੇਂ ਅਨਾਉਂਸਮੈਂਟ ਕਰੀਏ, ਗੁਰੂ ਘਰ ਵਿੱਚ ਹੀ ਬੈਠਾ ਹੋਵੇ, ਉਹਨੂੰ ਪਤਾ ਨਹੀਂ ਲੱਗਦਾ ਕਿ ਕੀ ਆਵਾਜ਼ ਆਈ ਹੈ, ਕੀ ਹੋਕਾ ਦਿੱਤਾ ਹੈ। ਜਦੋਂ ਧਿਆਨ ਨਾ ਹੋਵੇ, ਕੋਈ ਕੋਲ ਬੈਠਾ ਜਿੰਨਾ ਮਰਜ਼ੀ ਕੋਈ ਕੁਝ ਕਹੀ ਜਾਵੇ, ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਹੁੰਦਾ ਤੇ ਪਤਾ ਨਹੀਂ ਲੱਗਦਾ ਕਿ ਇਹ ਕੀ ਬੋਲਿਆ ਹੈ। ਏਦਾਂ ਹੀ ਸੰਗਤ ਜੀ ਇਹ ਵਪਾਰੀ ਵੀ ਹੈ, ਜਹਾਜ਼ ਵਿੱਚ ਚੜ੍ਹਨਾ ਹੈ, ਇਸ ਨੇ ਢੋਲ ਵੱਜਿਆ, ਨਗਾਰਾ ਖੜਕਿਆ ਹੈ, ਪਰ ਧਿਆਨ ਕਿਤੇ ਹੋਰ ਸੀ। ਇਸ ਲਈ ਸੰਗਤ ਜੀ ਜਹਾਜ਼ ਤੋਂ ਵਾਂਝਾ ਰਹਿ ਗਿਆ। ਸੁਣਿਓ ਨਾ ਗਇਓ ਉਰੁਡਿਓ ਨਾਹੀ। ਜਿਹੜਾ ਢੋਲ ਦਾ ਖੜਕਾ ਕੰਨਾਂ ਨੇ ਨਾ ਸੁਣਿਆ ਤੇ ਜਹਾਜ਼ ਵਿੱਚ ਨਾ ਚੜਿਆ। ਦੂਰ ਜਹਾਜ਼ ਗਇਓ ਛਿਨ ਮਾਹੀ। ਤੇ ਜਦੋਂ ਨੂੰ ਖਿਆਲ ਚੋਂ ਬਾਹਰ ਆਇਆ, ਧਿਆਨ ਜਹਾਜ਼ ਵੱਲ ਕੀਤਾ, ਉਦੋਂ ਨੂੰ ਜਿਹੜਾ ਜਹਾਜ਼ ਹੈ
ਉਹ ਕਿਨਾਰੇ ਤੋਂ ਬੜਾ ਦੂਰ ਗਿਆ ਹੈ। ਜੋ ਜਹਾਜ ਮਹਿ ਸੁਪਤਿਉ ਨਰ ਹੈ। ਮਹਾਰਾਜ ਕਹਿੰਦੇ ਭਾਈ ਫਿਰ ਜਿਹੜਾ ਜਹਾਜ਼ ਦੇ ਵਿੱਚ ਸੁੱਤਾ ਸੀ ਤਾਹੇ ਜਗਾਇਓ ਗਹਿ ਕਰ ਤੇ ਹੈ। ਉਹਨੂੰ ਜਹਾਜ਼ ਦੇ ਏਦਾਂ ਜਿਹੜੇ ਮਾਲਕ ਸਨ, ਜਿਹੜੇ ਜਹਾਜ਼ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਨ, ਉਹਨਾਂ ਨੇ ਬਾਂਹ ਫੜ ਕੇ ਜਗਾਇਆ। ਉੱਠ ਕਰ ਭਾਈ, ਜਹਾਜ਼ ਤੁਰ ਪਿਆ ਹੈ, ਪਾਰਲੇ ਕਿਨਾਰੇ ਪਹੁੰਚਣ ਵਾਲੇ ਹਾਂ। ਬਨਕਨ ਬਨਜ ਕਰਿਓ ਤੇਖ ਸਾਥ। ਤੇ ਦੂਸਰੇ ਕਿਨਾਰੇ ਜਾ ਕਰਕੇ ਜਿਹੜਾ ਸੁੱਤਾ ਹੋਇਆ ਸੀ ਸੰਗਤ ਜੀ, ਉਸ ਨੇ ਉੱਠ ਕਰਕੇ ਆਪਣਾ ਸਾਰਾ ਸਾਜੋ ਸਮਾਨ ਲਾਇਆ ਹੈ ਤੇ ਪਰਲੇ ਕਿਨਾਰੇ ਬਾਣੀਆਂ ਨੂੰ ਸਾਰਾ ਸਮਾਨ ਵੇਚਿਆ ਹੈ ਜੀ। ਲਿਓ ਲਾਭ ਤਿਨ ਆਪਣੇ ਹਾਥ। ਬੜਾ ਸੋਹਣਾ ਵਪਾਰ ਕੀਤਾ ਹੈ ਤੇ ਮਹਾਰਾਜ ਕਹਿੰਦੇ ਭਾਈ ਬੜਾ ਧਨ ਕਮਾਇਆ ਹੈ, ਬੜਾ ਲਾਭ ਖੱਟਿਆ ਹੈ। ਮਹਾਰਾਜ ਕਹਿੰਦੇ ਭਾਈ ਅਸੀਂ ਸਮਝਾ ਰਹੇ ਹਾਂ, ਇੱਕ ਤਾਂ ਗਿਆਨ ਕਰਕੇ ਪੜ੍ਹੇ ਲਿਖੇ ਬੜੇ ਆਪਣੇ ਆਪ ਨੂੰ ਇਹ ਜਾਣਦੇ ਨੇ ਕਿ ਅਸੀਂ ਬੜੇ ਜਾਗਣ ਵਾਲੇ ਹਾਂ, ਸਾਨੂੰ ਸਾਰਾ ਹੀ ਕੁਝ ਪਤਾ ਹੈ। ਐਸੀ ਕੋਈ ਗੱਲ ਨਹੀਂ ਜਿਹਦੇ ਬਾਰੇ ਸਾਨੂੰ ਨੌਲੇਜ ਨਾ ਹੋਵੇ। ਮਹਾਰਾਜ ਕਹਿੰਦੇ ਗਿਆਨ ਕੋਲੇ ਬਹੁਤ ਹੁੰਦਾ ਹੈ, ਗਿਆਨ ਦੇ ਹੰਕਾਰ ਵਿੱਚ ਕਦੇ ਗੁਰੂ ਘਰ ਨਹੀਂ ਆਉਂਦੇ। ਪੜ੍ਹੀ ਹੋਈ ਵਿਦਿਆ ਦੇ ਹੰਕਾਰ ਵਿੱਚ ਆ ਕੇ ਸੇਵਾ ਸਿਮਰਨ ਨਹੀਂ ਕਰਦੇ। ਮਹਾਰਾਜ ਕਹਿੰਦੇ ਫਿਰ ਇੱਕ ਜਗਾਉਂਦੇ ਨਾਲ ਹਨ, ਇੱਕ ਤੇ ਗਿਆਨ ਕਰਕੇ ਜਾਗਦੇ ਹੋਏ ਵੀ ਕੁਝ ਪ੍ਰਾਪਤ ਨਹੀਂ ਕਰ ਸਕਦੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ। ਇੱਕ ਨਾ ਸੁੱਤਿਆਂ ਦੇ ਉਠਾਲ ਤੇ ਇੱਕ ਐਸੇ ਹੁੰਦੇ ਨੇ ਜਿਹੜੇ ਸੇਵਾ ਸਿਮਰਨ ਕਰਨ ਵਾਲੇ ਹੁੰਦੇ ਨੇ, ਸਤ ਸੰਗਤ ਕਰਨ ਵਾਲੇ ਹੁੰਦੇ ਨੇ। ਮਹਾਰਾਜ ਕਹਿੰਦੇ ਭਾਈ ਉਹਨੂੰ ਗੁਰੂ ਨਾਨਕ ਦਾਤਾ ਸੁੱਤਿਆਂ ਪਿਆਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਇਸ ਲਈ ਮਹਾਰਾਜ ਇਹ ਪ੍ਰਮਾਣ ਦੇ ਸਮਝਾ ਰਹੇ ਨੇ ਕਿ ਲਿਓ ਲਾਭ ਤਿਨ ਆਪਣੇ ਹਾਥ। ਜਿਹੜਾ ਤਾਂ ਜਹਾਜ਼ ਵਿੱਚ ਚੜ੍ਹ ਕੇ ਸੌਂ ਗਿਆ ਉਹ ਤੇ ਸੰਗਤ ਜੀ ਪਾਰਲੇ ਕਿਨਾਰੇ ਪਹੁੰਚ ਗਿਆ, ਤੇ ਜਿਹੜਾ ਘਰ ਵਿੱਚ ਹੀ ਜਾਗਦਾ ਰਿਹਾ ਉਹਦੇ ਸੰਗਤ ਜੀ ਜਹਾਜ਼ ਹੱਥੋਂ ਨਿਕਲ ਗਿਆ, ਕੁਝ ਵੀ ਪ੍ਰਾਪਤ ਨਾ ਹੋਇਆ। ਜਾਗਰਤ ਰੱਖਿਓ ਚੜਿਓ ਨਹਿ ਜੋਏ। ਮਹਾਰਾਜ ਕਹਿੰਦੇ ਜਾਗਦਾ ਤਾਂ ਰਿਹਾ ਆਪਣੇ ਘਰ ਵਿੱਚ, ਪਰ ਜਹਾਜ਼ ਤੇ ਨਾ ਚੜਿਆ। ਇਸੇ ਲਈ ਮਹਾਰਾਜ ਕਹਿੰਦੇ ਭਾਈ ਗਿਆਨ ਕਰਕੇ ਨੌਲੇਜ ਤੇ ਬੜੀ ਸੀ, ਬੜੀਆਂ ਕਿਤਾਬਾਂ ਪੜ੍ਹੀਆਂ ਸਨ, ਬੜੀ ਪੜ੍ਹਾਈ ਕੀਤੀ ਸੀ, ਇਹ ਤਾਂ ਸੰਸਾਰ ਵਿੱਚ ਸੀ ਤੇ ਜਾਗਦਾ, ਪਰ ਗੁਰੂ ਨਾਨਕ ਦੇ ਨਾਮ ਰੂਪੀ ਜਹਾਜ਼ ਤੇ ਨਾ ਚੜਿਆ। ਇਕਾਕੀ ਬਨ ਮਹਿ ਸੋਏ। ਮਹਾਰਾਜ ਕਹਿੰਦੇ ਇਕੱਲਾ ਹੀ ਏਦਾਂ ਸੁੱਤਾ ਰਹਿ ਗਿਆ। ਫਿਰ ਰਹਿਓ ਇਕਾਕੀ ਬਨ ਮੈਂ ਸੋਏ। ਸੋਏ ਉਹ ਮਹਾਰਾਜ ਕਹਿੰਦੇ ਇਕੱਲਾ ਹੀ ਜੰਗਲ ਵਿੱਚ ਰਹਿ ਗਿਆ, ਤੇ ਸਾਰਾ ਜਿਹੜਾ ਮਹਾਰਾਜ ਕਹਿੰਦੇ ਆਸੇ ਪਾਸੇ ਦੇ ਮੁਸਾਫਰ ਸਨ ਜਹਾਜ਼ ਤੇ ਸਵਾਰ ਹੋ ਕਰਕੇ ਉਰਲੇ ਕਿਨਾਰੇ ਪਰਲੇ ਕਿਨਾਰੇ ਪਹੁੰਚੇ ਨੇ। ਚੋਰ ਧਾਰ ਵੀ ਪਹੁੰਚੇ ਆਏ। ਮਹਾਰਾਜ ਕਹਿੰਦੇ ਕੱਲਾ ਆਪਣੇ ਸਾਜੋ ਸਮਾਨ ਨਾ ਰਹਿ ਗਿਆ, ਇੰਨੇ ਕੁ ਸਮੇਂ ਨੂੰ ਜੋ ਚੋਰਾਂ ਨੇ ਹਮਲਾ ਕੀਤਾ ਹੈ। ਨਿਜ ਸੌਦਾ ਸਭ ਗਇਓ ਲੁਟਾਏ। ਵੇਚਣਾ ਤੇ ਕੀ ਸੀ, ਕਿਸੇ ਨਾਲ ਸੌਦਾ ਤੇ ਕੀ ਕਰਨਾ ਸੀ, ਸਾਰਾ ਕੁਝ ਚੋਰਾਂ ਡਾਕੂਆਂ ਨੇ ਲੁੱਟਿਆ ਹੈ ਜੀ। ਸਤ ਸੰਗਤ ਮਹਿ ਜਾਣੋ ਤੈਸੇ। ਮਹਾਰਾਜ ਕਹਿੰਦੇ ਭਾਈ ਏਦਾਂ ਹੀ ਜਾਣ ਲਵੋ, ਸਤ ਸੰਗਤ ਵਿੱਚ ਜੋ ਉਦਮ ਧਰ ਕਰ ਆਏ ਜੋ ਬੈਸੇ। ਜਿਹੜੇ ਉਦਮ ਕਰਕੇ ਉਪਰਾਲਾ ਕਰਕੇ ਏਦਾਂ ਉੱਠ ਕਰਕੇ ਕੇਰਾ ਸਤ ਸੰਗਤ ਵਿੱਚ ਆ ਜਾਂਦੇ ਨੇ। ਸੁਤਿਓ ਕੋਏ ਜੇ ਤਾਹੇ ਜਗਾਵੇ। ਮਹਾਰਾਜ ਕਹਿੰਦੇ ਜੇਕਰ ਸਤ ਸੰਗਤ ਦੇ ਵਿੱਚ ਗੁਰੂ ਚਰਨਾਂ ਪਾਸ ਪਹੁੰਚ ਕਰਕੇ ਨੀਂਦ ਵੀ ਆ ਜਾਵੇ, ਸੰਤ ਕਿਰਪਾ ਕਰ ਸ਼ਬਦ ਸੁਣਾਵੇ। ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਕੁਝ ਨਾ ਕੁਝ ਤੇ ਪ੍ਰਾਪਤ ਜ਼ਰੂਰ ਹੁੰਦਾ ਹੈ, ਭਾਵੇਂ ਕੜਾ ਪ੍ਰਸਾਦ ਦੀ ਦੇਗ ਹੀ ਪ੍ਰਾਪਤ ਹੋਵੇ। ਸੰਤ ਕਿਰਪਾ ਕਰ ਸ਼ਬਦ ਸੁਣਾਵੇ। ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਫਿਰ ਗੁਰੂ ਕਿਰਪਾ ਕਰਕੇ ਆਪਣੇ ਸ਼ਬਦ ਸੁਣਾਉਂਦਾ ਹੈ। ਜੀ ਪ੍ਰਸਾਦ ਕੁਛ ਬਰਤਨ ਲਾਗੇ। ਮਹਾਰਾਜ ਕਹਿੰਦੇ ਭਾਈ ਜਦੋਂ ਫਿਰ ਕੜਾ ਪ੍ਰਸਾਦ ਵਰਤਦਾ ਹੈ ਜੀ, ਸੁਪਤ ਜਗਾਵੇ ਪ੍ਰਥਮ ਜੋ ਜਾਗੇ। ਮਹਾਰਾਜ ਕਹਿੰਦੇ ਜਿਹੜਾ ਕੋਲ ਬੈਠਾ ਜਾਗਦਾ ਹੁੰਦਾ ਹੈ ਨਾ, ਉਹ ਨਾਲ ਬੈਠੇ ਸੁੱਤੇ ਨੂੰ ਵੀ ਜਗਾ ਦਿੰਦਾ ਹੈ। ਉੱਠ ਭਾਈ ਦੇਗ ਬਰਤਨ ਲੱਗੀ ਹੈ, ਅਰਦਾਸ ਹੋਣ ਲੱਗੀ ਹੈ। ਜਾਗਤ ਰੱਖਿਓ ਜੇ ਘਰ ਕੇ ਮਾਹੀ। ਮਹਾਰਾਜ ਕਹਿੰਦੇ ਭਾਈ ਇੱਕ ਉਹ ਹੈ ਜਿਹੜਾ ਬਹੁਤ ਸਦਿਆਂ ਦਾ ਉੱਠਿਆ ਹੈ, ਪਰ ਗੁਰੂ ਘਰ ਵੱਲ ਨੂੰ ਮੂੰਹ ਨਹੀਂ, ਨਿਤਨੇਮ ਕਰਨ ਵੱਲ ਧਿਆਨ ਨਹੀਂ, ਕੋਈ ਸੇਵਾ ਸਿਮਰਨ ਦਾ ਸਤ ਸੰਗਤ ਦਾ ਖਿਆਲ ਨਹੀਂ,
ਤੇ ਆਪਣੇ ਘਰ ਵਿੱਚ ਹੀ ਜਾਗਦਾ ਬੈਠਾ ਹੈ। ਤੇ ਉਹ ਭਾਵੇਂ ਵੱਖਰਾ ਕਹੀ ਜਾਵੇ ਕਿ ਮੈਂ ਬੜੀ ਸਦਿਆਂ ਉੱਠਦਾ ਹਾਂ, ਬੜਾ ਅੰਮ੍ਰਿਤ ਵੇਲਾ ਸਾਂਭਦਾ ਹਾਂ। ਸੰਗਤ ਜੀ, ਅੰਮ੍ਰਿਤ ਵੇਲੇ ਕਈ ਪ੍ਰਕਾਰ ਦੇ ਹੁੰਦੇ ਨੇ। ਇੱਕ ਤੇ ਵਿਸ਼ੇ ਵਿਕਾਰੀ ਲੋਕ ਨੇ, ਚੋਰ ਯਾਰ ਲੋਕ ਨੇ, ਜਿਹੜੇ ਬੜੇ ਅੰਮ੍ਰਿਤ ਵੇਲੇ ਸਦਿਆਂ ਉੱਠ ਕਰਕੇ ਵਿਸ਼ੇ ਵਿਕਾਰ ਭੋਗਣੇ ਜਾਂ ਚੋਰੀ ਜਾਰੀ ਕਰਨੀ ਸੰਗਤ। ਇੱਕ ਹੁੰਦੇ ਨੇ ਸੰਗਤ ਜੀ ਅੰਮ੍ਰਿਤ ਵੇਲੇ ਦਾ ਜਾਗਣਾ, ਜਿਹੜੇ ਰਾਤ ਦੇ ਰੋਗੀ ਹਨ। ਸਾਰੀ ਰਾਤ ਰੋਗਾਂ ਨਾਲ ਜੂਝਦੇ, ਪੀੜਾਂ ਪੈਂਦੀਆਂ ਨੇ ਸੰਗਤ ਜੀ। ਏਦਾਂ ਜਾਗਦਿਆਂ ਨੇ ਸਾਰੀ ਰਾਤ ਲੰਘਾ ਦਿੱਤੀ ਤੇ ਉਹ ਕਵੇ ਕਿ ਮੈਂ ਤੇ ਅੰਮ੍ਰਿਤ ਵੇਲੇ ਉੱਠਦਾ ਹਾਂ। ਇੱਕ ਸੰਗਤ ਜੀ ਹੋਰ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਤੋੜ ਲੱਗਦੀ ਹੈ ਨਸ਼ੇ ਦੀ। ਅੱਧੀ ਕੁ ਰਾਤ ਨੂੰ ਨਸ਼ੇ ਦੀ ਤੋੜ ਲੱਗ ਜਾਂਦੀ ਹੈ, ਅੱਖਾਂ ਵਿੱਚ ਨੀਂਦ ਨਹੀਂ ਪੈਂਦੀ ਤੇ ਉਹ ਕਹਿਣਗੇ ਅਸੀਂ ਬੜੇ ਅੰਮ੍ਰਿਤ ਵੇਲੇ ਉੱਠਦੇ ਹਾਂ। ਨਹੀਂ ਭਾਈ, ਅੰਮ੍ਰਿਤ ਵੇਲਾ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਵੇਲਾ ਕੀ ਹੈ ਕਿ ਜਦੋਂ ਅੰਮ੍ਰਿਤ ਵੇਲੇ ਅੱਖਾਂ ਖੁੱਲੀਆਂ, ਗੁਰੂ ਯਾਦ ਆਇਆ ਹੈ। ਗੁਰੂ ਗੁਰੂ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਪਾਣ ਕਰਕੇ ਸੰਗਤ ਜੀ ਫਿਰ ਬੈਠ ਕਰਕੇ ਚੌਂਕੜਾ ਮਾਰ ਕੇ ਨਿਤਨੇਮ ਕੀਤਾ ਹੈ, ਗੁਰਬਾਣੀ ਪੜ੍ਹੀ ਹੈ, ਫਿਰ ਗੁਰੂ ਕੇ ਦਰਸ਼ਨਾਂ ਲਈ ਆਇਆ ਹੈ, ਸਤ ਸੰਗਤ ਕੀਤੀ ਹੈ। ਫਿਰ ਸੰਗਤ ਜੀ ਗੁਰੂ ਕੇ ਦਰਸ਼ਨ ਕਰਕੇ ਆਪਣੇ ਜੀਵਨ ਦਾ ਜੋ ਵੀ ਕੰਮ ਧੰਦਾ ਹੈ, ਕਾਰ ਵਿਹਾਰ ਹੈ, ਉਹ ਕਰਦਾ ਹੈ। ਇਸ ਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ। ਹੁਣ ਕੋਈ ਸੰਗਤ ਜੀ 2-2:30 ਵਜੇ ਉੱਠ ਕੇ ਕਵੇ ਕਿ ਮੈਂ ਭੱਜਣ ਜਾਣਾ ਹੈ ਤੇ ਆ ਕੇ ਕਵੇ ਕਿ ਮੈਂ ਬੜਾ ਅੰਮ੍ਰਿਤ ਵੇਲਾ ਸਾਂਭਦਾ ਹਾਂ। ਨਹੀਂ ਭਾਈ, ਉਹ ਸਰੀਰ ਨੂੰ ਤੰਦਰੁਸਤੀ ਦੇ ਸਕਦਾ ਹੈ, ਪਰ ਜਿਹੜੇ ਲੋਕ ਪਰਲੋਕ ਦੇ ਸੁੱਖ ਹਨ ਜਾਂ ਸੰਗਤ ਜੀ ਜਮਾਂ ਦੀ ਮਾਰ ਹੈ, ਉਹਨਾਂ ਤੋਂ ਨਹੀਂ ਬਚਾ ਸਕਦਾ। ਲੋਕ ਪਰਲੋਕ ਦੇ ਸੁੱਖ ਨਹੀਂ ਲੈ ਸਕਦਾ। ਇਸ ਲਈ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਭਾਈ ਜਾਗਤ ਰਹਿਓ ਜੇ ਘਰ ਕੇ ਮਾਹੀ, ਕਿ ਘਰ ਵਿੱਚ ਜਾਗਣਾ ਹੈ ਆਪਣੇ ਕੰਮਾਂ ਧੰਦਿਆਂ ਲਈ, ਵਿਸ਼ੇ ਵਿਕਾਰਾਂ ਲਈ, ਤੋਰੇ ਫੇਰੇ ਲਈ। ਤੇ ਜਿੰਨਾ ਕੋਈ ਮਰਜ਼ੀ ਜਾਗੀ ਜਾਵੇ, ਗੁਰੂ ਨੂੰ ਕੋਈ ਭਾਅ ਨਹੀਂ। ਜਾਗਣਾ ਤੇ ਉਹ ਪ੍ਰਮਾਣ ਹੈ, ਪ੍ਰਵਾਨ ਹੈ, ਜਿਸ ਦੇ ਵਿੱਚ ਸੇਵਾ ਹੈ, ਸਿਮਰਨ ਹੈ, ਸਤ ਸੰਗਤ ਹੈ, ਗੁਰੂ ਕੀ ਗੁਰਬਾਣੀ ਪੜ੍ਹਨੀ ਹੈ। ਸੁਨਤੇ ਨਾ ਸ਼ਬਦ ਪ੍ਰਸਾਦ ਨਾ ਖਾਹੀ। ਮਹਾਰਾਜ ਕਹਿੰਦੇ ਘਰ ਵਿੱਚ ਕੋਈ ਜਿੰਨਾ ਮਰਜ਼ੀ ਜਾਗੀ ਜਾਵੇ, ਨਾ ਹੀ ਤੇ ਗੁਰੂ ਕੇ ਸ਼ਬਦ ਸੁਣ ਸਕਦਾ ਹੈ, ਨਾ ਹੀ ਗੁਰੂ ਕੀ ਕੜਾ ਪ੍ਰਸਾਦ ਦੀ ਦੇਗ ਪ੍ਰਾਪਤ ਹੋ ਸਕਦੀ ਹੈ। ਅਨਪੜ੍ਹ ਸੁਪਤ ਕਰਹਿ ਸਤਸੰਗ। ਮਹਾਰਾਜ ਕਹਿੰਦੇ ਭਾਈ ਫਿਰ ਇਹ ਬਹੁਤਿਆਂ ਪੜ੍ਹਿਆਂ ਲਿਖਿਆਂ ਨਾਲੋਂ, ਵਿਦਵਾਨਾਂ ਦੇ ਨਾਲੋਂ ਤੇ ਅਨਪੜ੍ਹ ਹੀ ਚੰਗੇ ਨੇ। ਅਨਪੜ੍ਹ ਸੁਪਤ ਕਰਹਿ ਸਤਸੰਗਤ, ਜਿਹੜੇ ਗਿਆਨ ਕਰਕੇ ਅਨਭੋਲ ਹਨ, ਭੋਲੇ ਨੇ, ਕੋਈ ਨੌਲੇਜ ਨਹੀਂ, ਪਰ ਹਰ ਰੋਜ਼ ਸਤ ਸੰਗਤ ਕਰਦੇ ਨੇ, ਗੁਰੂ ਕੇ ਦਰਸ਼ਨ ਕਰਦੇ, ਸੇਵਾ ਸਿਮਰਨ ਕਰਦੇ ਹਨ। ਮਨ ਨੀਵਾ ਕਰ ਸਰਦਾ ਸੰਗ। ਉਹਨਾਂ ਦਾ ਮਨ ਭਾਈ ਨੀਵਾਂ ਹੁੰਦਾ, ਹੰਕਾਰ ਤੋਂ ਰਹਿਤ ਹੁੰਦਾ ਹੈ, ਬੜੀ ਸ਼ਰਧਾ ਭਾਵਨਾ ਹੁੰਦੀ ਹੈ। ਤਿਸ ਕੀ ਨੀਂਦ ਅਵਿਦਿਆ ਜੋਏ। ਮਹਾਰਾਜ ਕਹਿੰਦੇ ਤਿਸ ਕੀ ਨੀਂਦ ਅਵਿਦਿਆ ਜੋਏ, ਜਿਹੜੀ ਅਵਿਦਿਆ ਦੀ, ਅਗਿਆਨਤਾ ਦੀ ਨੀਂਦ ਹੈ। ਗਿਆਨ ਸੁਨਾਏ ਸਕਲ ਦੇਖੋਏ। ਸਤ ਸੰਗਤ ਦੇ ਵਿੱਚ ਗੁਰੂ ਦਾ ਗਿਆਨ ਸੁਣ ਕਰਕੇ ਜਿਹੜਾ ਅਗਿਆਨ ਹੈ ਸਾਰਾ ਨਾਸ਼ ਹੋ ਜਾਂਦਾ ਹੈ। ਨਿਜ ਸਰੂਪ ਕੋ ਲਾਭ ਸੋ ਪਾਵਹਿ। ਫਿਰ ਭਾਈ ਆਤਮਾ ਤੇ ਪਰਮਾਤਮਾ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਜਿਥਾ ਬਨਕ ਲਾਹਾ ਬੜ ਲਿਆਵਹਿ। ਮਹਾਰਾਜ ਕਹਿੰਦੇ ਜਿਵੇਂ ਕੋਈ ਭਾਈ ਇਸ ਕਿਨਾਰਿਓਂ ਪਰਲੇ ਕਿਨਾਰੇ ਪਹੁੰਚ ਕਰਕੇ ਵਪਾਰ ਕਰੇ ਤੇ ਬਹੁਤਾ ਲਾਭ ਪ੍ਰਾਪਤ ਹੋ ਜਾਂਦਾ ਹੈ। ਜੋ ਜਹਾਜ਼ ਵਿੱਚ ਚੜ੍ਹ ਕੇ ਸੌਂਦਾ ਹੈ ਤੇ ਪਰਲੇ ਕਿਨਾਰੇ ਪਹੁੰਚਦਾ, ਜਹਾਜ਼ ਦੇ ਜਿਹੜੇ ਮੁਸਾਫਰ ਉਠਾ ਦਿੰਦੇ ਨੇ, ਭਾਈ ਕਿਨਾਰਾ ਆ ਗਿਆ ਹੈ, ਸਾਰਾ ਸੌਦਾ ਵੇਚ ਕਰਕੇ ਬੜਾ ਲਾਹਾ ਪ੍ਰਾਪਤ ਕਰਦਾ ਹੈ। ਇੱਕ ਉਹ ਹੈ ਸੰਗਤ ਜੀ ਜੋ ਘਰ ਵਿੱਚ ਬੈਠਾ ਜਾਗਦਾ ਹੈ ਤੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਬੜੇ ਸੁਜਾਗਤ ਆਪ ਕਹਾਵੇ। ਮਹਾਰਾਜ ਕਹਿੰਦੇ ਭਾਈ ਇਸ ਲਈ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ ਨਾ, ਉਹ ਆਪਣੇ ਆਪ ਨੂੰ ਜਾਗਦੇ ਅਖਵਾਉਂਦੇ ਨੇ ਕਿ ਅਸੀਂ ਗਿਆਨ ਕਰਕੇ ਬੜਾ ਜਾਗਦੇ ਹਾਂ।
ਇਹ ਸਤਸੰਗ ਨ ਜਾਵੇ। ਤੇ ਭੁੱਲ ਕੇ ਵੀ ਕਦੇ ਸਤ ਸੰਗਤ ਨਹੀਂ ਕਰਦੇ। ਤੁਰਨ ਫਿਰਨ ਤੇ ਬੜੀ ਦੂਰ ਤੱਕ ਚਲੇ ਜਾਣਗੇ, ਕਿਸੇ ਹੋਰ ਕਾਰਜ ਨੂੰ ਸੰਗਤ ਜੀ ਬੜੀ ਸਦਿਆ ਉੱਠ ਖੜਨਗੇ, ਪਰ ਮਹਾਰਾਜ ਕਹਿੰਦੇ ਭੁੱਲ ਕੇ ਵੀ ਕਦੇ ਸਤ ਸੰਗਤ ਦੇ ਵਿੱਚ ਨਹੀਂ ਆਉਂਦੇ, ਕਦੇ ਗੁਰੂ ਕੇ ਆ ਕੇ ਦਰਸ਼ਨ ਨਹੀਂ ਕਰਦੇ, ਸੇਵਾ ਸਿਮਰਨ ਨਹੀਂ ਕਰਦੇ ਜੀ। ਨਿਰਭੈ ਹੋਏ ਕਰ ਗੁਰੂ ਕਮਾਵਹਿ। ਮਹਾਰਾਜ ਕਹਿੰਦੇ ਇਹੋ ਜਿਹੇ ਲੋਕ ਨਿਰਭੈ ਹੁੰਦੇ ਨੇ ਭਾਈ, ਇਹੋ ਜਿਹੇ ਲੋਕ ਨਿਰਭੈ, ਵਾਹਿਗੁਰੂ ਨਿਰਭੈ, ਜਿਨ੍ਹਾਂ ਨੂੰ ਭੈ ਨਹੀਂ ਹੁੰਦਾ, ਜਿਨ੍ਹਾਂ ਨੂੰ ਕੋਈ ਗੁਰੂ ਕੇ ਬਚਨਾਂ ਨਾਲ, ਗੁਰੂ ਕੇ ਸ਼ਬਦਾਂ ਨਾਲ, ਗੁਰੂ ਕੀ ਮਰਿਆਦਾ ਨਾਲ ਲੈਣਾ ਦੇਣਾ ਨਹੀਂ ਹੁੰਦਾ। ਨਿਰਭੈ ਹੁੰਦੇ ਨੇ, ਭੈ ਤੋਂ ਰਹਿਤ ਹੁੰਦੇ ਨੇ, ਗੁਰਬਾਣੀ ਪੜ੍ਹਦੇ ਨਹੀਂ, ਗੁਰਬਾਣੀ ਸੁਣਦੇ ਨਹੀਂ, ਸਤ ਸੰਗਤ ਕਰਦੇ ਨਹੀਂ। ਐਸੇ ਲੋਕ ਤੇ ਫਿਰ ਭੈ ਤੋਂ ਰਹਿਤ ਨੇ ਨਾ। ਸੰਗਤ ਜੀ ਕਿਸੇ ਨੂੰ ਦੱਸ ਦਈਏ ਕਿ ਜੇਕਰ ਇਹ ਜੀਵਨ ਸਫਲਾ ਨਾ ਕੀਤਾ ਤੇ 84 ਲੱਖ ਜੂਨਾਂ ਦਾ ਗੇੜ ਹੈ, ਨਰਕਾਂ ਦੇ ਦੁੱਖ ਹਨ। ਤੇ ਸੰਗਤ ਜੀ ਲੋਕ ਕਹਿ ਦਿੰਦੇ ਨੇ ਕਿ ਭਾਈ ਅੱਗਾ ਕਿਹਨੇ ਵੇਖਿਆ ਹੈ, ਇੱਥੇ ਹੀ ਹੈ ਜਿਹੜਾ ਕੁਛ ਹੈ, ਏਦਾਂ ਜੇ ਕਹਿ ਕੇ ਗੱਲ ਟਾਲ ਦਿੰਦੇ ਨੇ। ਮਨ ਦਾ ਸੱਚਾ ਹੋਣਾ ਜ਼ਰੂਰੀ ਹੈ, ਗੁਰੂ ਘਰ ਜਾ ਕੇ ਕੋਈ ਬਹੁਤਾ ਕੁਝ ਪ੍ਰਾਪਤ ਨਹੀਂ ਹੁੰਦਾ। ਏਦਾਂ ਦੇ ਬਹਾਨੇ, ਏਦਾਂ ਦੇ ਪ੍ਰਮਾਣ ਲਾਉਂਦੇ। ਮਹਾਰਾਜ ਕਹਿੰਦੇ ਫਿਰ ਜਿਹੜੇ ਐਸੀਆਂ ਗੱਲਾਂ ਕਰਦੇ ਨੇ ਭਾਈ, ਨਿਰਭੈ ਹੋਏ ਕਰ ਬੁਰੋ ਕਮਾਵੇ। ਇਹ ਐਸੇ ਲੋਕ ਨਿਰਭੈ, ਭੈ ਤੋਂ ਰਹਿਤ ਹੁੰਦੇ ਨੇ ਤੇ ਬੁਰਾ ਹੀ ਕਮਾਉਂਦੇ ਹਨ। ਸੋ ਬਿਨ ਗਿਆਨ ਛੂਛ ਰਹਿ ਜਾਵਹਿ। ਮਹਾਰਾਜ ਕਹਿੰਦੇ ਇਸ ਲਈ ਅਸੀਂ ਭਾਈ ਇਹ ਕਿਹਾ ਹੈ, ਇਹ ਗਿਆਨ ਤੋਂ ਬਿਨਾਂ, ਗੁਰੂ ਕੇ ਗਿਆਨ ਤੋਂ ਬਿਨਾਂ ਖਾਲੀ ਰਹਿ ਜਾਂਦੇ ਨੇ। ਦੁਨਿਆਵੀ ਵਿਦਿਆ ਬੜੀ ਪੜ੍ਹੀ ਹੁੰਦੀ ਹੈ, ਬੜੇ ਵਿਦਵਾਨ ਪੜ੍ਹੇ ਲਿਖੇ ਹੁੰਦੇ ਨੇ, ਪਰ ਗੁਰੂ ਕੇ ਗਿਆਨ ਤੋਂ ਖਾਲੀ ਰਹਿ ਜਾਂਦੇ ਨੇ, ਜਿਸ ਗਿਆਨ ਦੇ ਨਾਲ ਗੁਰੂ ਨਾਨਕ ਦੇ ਘਰ ਦੀਆਂ ਦਾਤਾਂ ਪ੍ਰਾਪਤ ਹੋਣੀਆਂ ਹਨ। ਸੁਨ ਗੁਰ ਤੇ ਕਰਕੇ ਮਨ ਨੀਵਾ। ਪਰ ਸੰਗਤ ਜੀ ਭਾਈ ਚਤੁਰਦਾਸ ਔਰ ਨਾਲ ਦਾ ਜੋ ਗੁਰਸਿੱਖ ਆਇਆ ਸੀ ਸੰਗਤ ਜੀ, ਇਹਨਾਂ ਨੇ ਸੁਣ ਕਰਕੇ ਗੁਰੂ ਕੇ ਬਚਨਾਂ ਨੂੰ ਤੌਬਾ ਕੀਤੀ ਹੈ ਕਿ ਮਹਾਰਾਜ ਐਸੀਆਂ ਭੁੱਲਾਂ ਅਸੀਂ ਵੀ ਕਰਦੇ ਰਹੇ ਹਾਂ। ਗੁਰੂ ਕੇ ਬਚਨ ਸੁਣ ਸੁਣ ਕੇ ਇਹਨਾਂ ਦਾ ਮਨ ਹੈ ਜੋ ਨੀਵਾਂ ਹੋਇਆ ਹੈ। ਸਤ ਸੰਗਤ ਕੋ ਸੇਵ ਸਦੀਵਾ। ਪਰ ਸੰਗਤ ਜੀ ਹਮੇਸ਼ਾ ਲਈ ਸਤ ਸੰਗਤ ਕਰਦੇ, ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਨੇ। ਏਦਾਂ ਸੰਗਤ ਜੀ ਗੁਰੂ ਕੇ ਚਰਣੀ ਲੱਗੇ ਹਨ। ਚਾਰ ਸਿੱਖਨ ਸੁਭਗਤ ਪਾਈ। ਚਾਰਾਂ ਹੀ ਗੁਰਸਿੱਖਾਂ ਨੇ ਸੰਗਤ ਜੀ ਫਿਰ ਬੜੀ ਸ਼ੁਭ ਗਤੀ ਪਾਈ, ਲੋਕ ਪਰਲੋਕ ਸਵਰਿਆ ਹੈ। ਸ੍ਰੀ ਅਰਜਨ ਜੀ ਭਏ ਸਹਾਈ। ਅੰਤਲੇ ਸਮੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਦੇ ਸਹਾਈ ਹੋਏ। ਜਦੋਂ ਲੋਕ ਤੋਂ ਪਰਲੋਕ ਗਏ, ਸਵਾਸਾਂ ਰੂਪੀ ਪੂੰਜੀ ਨੂੰ ਤਿਆਗ ਕਰਕੇ ਸੰਗਤ ਜੀ ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੰਗ ਸੰਗ ਸਹਾਈ ਹੋਏ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਏ। ਮਹਾਰਾਜ ਦੇ ਬਚਨ ਨੇ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧਿਆਇਆ ਹੈ, ਜਪਿਆ ਹੈ, ਅਰਾਧਿਆ ਹੈ, ਫਿਰ ਉਹ ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ, 84 ਲੱਖ ਜੂਨਾਂ ਦੇ ਗੇੜੇ ਚੋਂ ਨਿਕਲ ਜਾਂਦੇ ਨੇ, ਲੋਕ ਪਰਲੋਕ ਸਵਰ ਜਾਂਦਾ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਹਨ। ਅਗਲਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ। ਭਾਈ ਬਹਿਲੋ ਵਰਗੇ, ਭਾਈ ਫਿਰਨੇ ਵਰਗੇ ਆ ਕਰਕੇ ਮਹਾਰਾਜ ਜੀਆਂ ਦੇ ਚਰਨ ਪਰਸਣਗੇ। ਆਪਣੇ ਮਨ ਦੀਆਂ ਜੋ ਗੱਲਾਂ ਹਨ, ਸੰਗਤ ਜੀ ਸਵਾਲ ਹਨ, ਸ਼ੰਕੇ ਹਨ, ਗੁਰੂ ਕੇ ਅੱਗੇ ਰੱਖਣਗੇ। ਮਹਾਰਾਜ ਉਪਦੇਸ਼ ਦੇ ਕਰਕੇ, ਉੱਤਰ ਦੇ ਕਰਕੇ ਸ਼ੰਕਿਆਂ ਨੂੰ ਨਿਵਰਤ ਕਰਨਗੇ, ਉਪਦੇਸ਼ ਬਖਸ਼ਿਸ਼ ਕਰਨਗੇ। ਸੰਗਤ ਜੀ ਆਓ ਇੱਥੇ ਹੀ ਵਿਸ਼ਰਾਮ ਲੈਂਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਕਾ ਇਤਿਹਾਸ, ਗੁਰੂ ਕਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਜਾਵੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਅੱਜ ਦੀ ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਰਾਧਾਈਆਂ। ਰਾਗ ਰਤਨ ਪਰਵਾਰ ਕਰਿਆ, ਸ਼ਬਦ ਗਾਵਨ ਆਇਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨਹੁ ਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆ। ਕਾਹੈ ਨਾਨਕ ਸੁਨਹੁ ਸੰਤ ਹੋ ਸ਼ਬਦ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਹ ਨਾਨਕ ਤੈ ਸੁਖ ਹੋਆ ਤਿਨ ਕਰ ਅਨਹਦ ਵਾਜੇ। ਆਮਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ, ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ, ਵਾਚੈ ਕਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।